ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਬੈਰਾਗਣ ਤੇ ਪਦੇ, ਉਲਟਤ ਪਵਨ ਚੱਕਰ ਖਟ ਭੇਦੇ, ਸੁਰਤ ਸੁਨ ਅਨਰਾਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ੋਭਤ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਜੋ ਗੌੜੀ ਰਾਗ ਦੀ ਭਗਤ ਬਾਣੀ ਵਿੱਚ ਆਪਾਂ ਸਾਰੇ ਰਲ ਮਿਲ ਕੇ ਵਿਚਾਰ ਰਹੇ ਹਾਂ। ਗਰੀਨਵਾਸ ਸਤਿਗੁਰੂ ਕਿਰਪਾ ਕਰਨ ਇਹ ਕਥਾ ਸਾਡੇ ਸਮਝ ਆਵੇ, ਸਾਡੇ ਜੀਵਨ ਦਾ ਆਧਾਰ ਬਣ ਜਾਏ, ਤਾਂ ਕਿ ਸਾਡੇ ਸਵਾਸ ਵੀ ਸਫਲੇ ਹੋਣ ਤੇ ਸਾਡੀ ਮਨੁੱਖਾ ਦੇ ਹੀ ਧਾਰਨ ਕੀਤੀ ਹੋਈ ਵੀ ਸਫਲੀ ਹੋ ਜਾਏ। ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਵਿਚਾਰ ਜਿਸ ਪ੍ਰਕਾਰ ਫਰਮਾਨ ਕਰਦੇ ਨੇ, ਸੁਣੋ ਜੀ। ਗੌੜੀ ਬੈਰਾਗਣ ਤੇ ਪਦੇ। ਗੌੜੀ ਰਾਗਣੀ ਦੇ ਵਿੱਚ ਬੈਰਾਗਣੇ ਦੀ ਜਾਤੀ ਹੈ। ਤਿਪਦੇ ਤੋਂ ਭਾਵ ਹੈ ਵੀ ਇਹਦੇ ਪੈਰ ਦੇ ਵਿੱਚ ਇੱਕ ਚਿੰਨ੍ਹ ਲੱਗਿਆ ਹੈ, ਉੱਥੇ 3 ਅੰਕ ਲਿਖਿਆ ਹੋਇਆ ਹੈ, ਤੇ ਇਸ ਦਾ ਭਾਵ ਇਹ ਸਮਝਣਾ ਇਹ 3 ਪਦਿਆਂ ਵਾਲੇ 3 ਸ਼ਬਦ ਆਉਣਗੇ। ਇਹਦੀ ਸੂਚਨਾ ਦਿੱਤੀ ਹੈ। ਇਹ ਸ਼ਬਦ ਕਬੀਰ ਸਾਹਿਬ ਜੀ ਦੇ ਪਾਸ ਇੱਕ ਸਾਧੂ ਆਇਆ, ਉਸ ਨੇ ਆ ਕੇ ਕਿਹਾ ਜੀ 10ਵੇਂ ਦੁਆਰ ਦੇ ਵਿੱਚ ਪਹੁੰਚਣ ਵਾਸਤੇ ਜਿਹੜੇ 6 ਚੱਕਰ ਕਹਿੰਦੇ ਆਉਂਦੇ ਆ, ਉਹਨਾਂ ਚੱਕਰਾਂ ਦੀ ਵਾਕਫੀਅਤ ਦਿਓ। 10ਵੇਂ ਦੁਆਰ ਉਹਨਾਂ ਚੱਕਰਾਂ ਨੂੰ ਬਿੰਨ ਕੇ ਕਿਵੇਂ ਜਾਇਆ ਜਾਂਦਾ। ਕਬੀਰ ਸਾਹਿਬ ਜੀ ਨੇ ਫਿਰ ਇਹ ਸ਼ਬਦ ਉਚਾਰਨ ਕੀਤਾ। ਅਰਥ ਭਾਵ ਤੋਂ ਗੂੜਤਾਈ ਆਏਗੀ ਇਹਦੇ ਵਿੱਚ ਕੁਝ। ਸੋ ਆਓ ਅੱਗੇ ਕਬੀਰ ਸਾਹਿਬ ਜੀ ਨੇ ਫਰਮਾਨ ਕੀਤਾ ਹੈ, ਉਲਟਤ ਪਵਨ ਚੱਕਰ ਖਟ ਭੇਦੇ। ਤੇ ਮਹਾਤਮਾ ਜੀ ਕਬੀਰ ਸਾਹਿਬ ਕਹਿਣ ਲੱਗੇ, ਜਿਹੜੀ ਵਾਯੂ ਹੈ ਉਹ ਆਪਣੇ ਸਰੀਰ ਦੇ ਵਿੱਚ 5 ਪ੍ਰਕਾਰ ਕਰਕੇ ਹੈ। ਅਪਾਨ, ਉਦਾਨ, ਸਮਾਨ, ਬਿਆਨ ਆਦਿ ਇਹਨਾਂ ਦੇ ਨਾਮ। ਇਹ ਜਿਹੜੀ ਅਪਾਨ ਵਾਯੂ ਹੈ, ਹਵਾ, ਤੇ ਉਹਦਾ ਨਿਵਾਸ ਜਿਹੜਾ ਹੈ ਜਿੱਥੋਂ ਮਲ ਤਿਆਗ ਕਿਰਿਆ ਹੁੰਦੀ ਹੈ, ਤੇ ਉਸ ਥਾਂ ਤੇ ਯਾਨੀ ਗੁਦਾ ਦੇ ਵਿੱਚ ਹੈ। ਉਹਦੇ ਰਾਹੀਂ ਜਿਹੜੀ ਹਵਾ ਬਾਹਰ ਜਾ ਰਹੀ ਹੈ, ਤੇ ਉਸ ਪਵਨ ਹਵਾ ਨੂੰ ਯਾਨੀ ਉਪਾਨ ਵਾਯੂ ਨੂੰ ਤੇ ਉਲਟਾ ਕਰਕੇ ਭਾਵ ਪ੍ਰਾਣਾਯਾਮ ਦੇ ਸਾਧਨ ਕਰਕੇ ਉਹਨੂੰ ਨਾਸਾਂ ਤੋਂ ਯੋਗੀ ਬਾਹਰ ਕੱਢਦੇ। ਇਹ ਰਸਤਾ ਹੈ ਇਸ ਦਾ। ਉਹ ਜਿਵੇਂ ਰਬੜ ਦੇ ਵਿੱਚ ਹਵਾ ਭਰ ਦਈਏ, ਉਹਦੇ ਬਲ ਸਿੱਧੇ ਹੋ ਜਾਂਦੇ। ਇਹ ਜਿਹੜੀ ਭੰਗਵਾ ਨਾੜੀ ਹੈ, ਉਸੇ ਨੇ ਬਲ ਮਾਰੇ ਹੋਏ ਨੇ, ਜਿਹੜੇ 6 ਚੱਕਰ ਬਣਾਏ ਹੋਏ ਨੇ। ਜਿਵੇਂ ਉਹ ਸਿੱਧੀ ਹੋ ਜਾਂਦੀ ਹੈ, ਇਸ ਤਰ੍ਹਾਂ ਪ੍ਰਾਣ ਵਾਯੂ ਉਲਟ ਕੇ ਜਦੋਂ ਚੱਲਦੀ ਹੈ ਤਾਂ ਫਿਰ ਚੱਕਰ ਖਟ ਭੇਦੇ। ਖਟ ਨਾਮ ਛੇਦ ਹੈ, 6 ਚੱਕਰ ਭੇਦੇ ਬਿੰਨੇ ਜਾਂਦੇ ਨੇ। ਜੋਗੀ ਕਹਿਣ ਲੱਗੇ ਜੀ ਮੈਨੂੰ 6 ਚੱਕਰਾਂ ਬਾਰੇ ਵੀ ਦੱਸੋ। ਮੈਂ ਪਹਿਲੇ ਬੇਨਤੀ ਕੀਤੀ ਸੀ। ਉਹ ਕਹਿਣ ਲੱਗੇ ਵੀ 6 ਚੱਕਰ ਜਿਹੜੇ ਨੇ ਉਹਨਾਂ ਦੇ 6 ਨਾਮ ਨੇ। ਮੂਲਾਧਾਰ, ਸਵੈਸਥਾਨ ਚੱਕਰ, ਮਣੀਪੂਰਕ ਚੱਕਰ, ਅਨਾਹਤ ਚੱਕਰ, ਵਿਸੁੱਧ ਚੱਕਰ ਤੇ ਆਗਿਆ ਚੱਕਰ। ਉਹਦਾ ਖੋਲ ਕੇ ਵਿਚਾਰੇ ਇਸ ਤਰ੍ਹਾਂ, ਜਿਹੜਾ ਮੂਲਾਧਾਰ ਚੱਕਰ ਹੈ ਉਹ ਮਲ ਤਿਆਗ ਜਿੱਥੋਂ ਪੇਟ ਦੀ ਸਫਾਈ ਹੁੰਦੀ ਹੈ, ਗੁਦਾ ਦੇ ਵਿੱਚ ਹੈ, ਤੇ ਉਹਦੇ 4 ਪੱਤਰੇ ਨੇ, ਫੁੱਲ ਦੀ ਤਰ੍ਹਾਂ ਹੈ, ਤੇ ਰੰਗ ਉਹਦਾ ਪੀਲਾ ਹੈ, ਤੇ ਉਹਦੇ ਵਿੱਚ ਗਣੇਸ਼ ਦਾ ਵਾਸਾ ਬਣਿਆ। ਸਵੈਸਥਾਨ ਚੱਕਰ ਜਿਹੜਾ ਹੈ, ਜਿੱਥੋਂ ਸਾਡਾ ਮੈਲਾ ਪਾਣੀ ਖਾਰਜ ਹੁੰਦਾ ਹੈ, ਤੇ ਉਸ ਸਥਾਨ ਤੇ ਜਿੱਥੋਂ ਪਿਸ਼ਾਬ ਬਾਹਰ ਜਾਂਦਾ ਹੈ, ਉਹਦੇ 6 ਪੱਤਰੇ ਤੇ ਲਾਲ ਰੰਗ ਹੈ, ਬ੍ਰਹਮਾ ਦਾ ਵਾਸਾ ਉਹਦੇ ਵਿੱਚ। ਤੀਸਰਾ ਹੈ ਮਣੀ ਚੱਕਰ। ਪਹਿਲਾ ਮੂਲਾਧਾਰ ਚੱਕਰ ਹੈ, ਦੂਜਾ ਸਵੈਸਥਾਨ ਚੱਕਰ ਹੋ ਗਿਆ। ਤੀਸਰਾ ਮਣੀਪੂਰਕ ਚੱਕਰ ਹੈ, ਨਾਭੀ ਵਿੱਚ ਹੈ ਇਹ ਧੁਨੀ, ਜਿੱਥੇ ਆਪਣੇ ਪੇਟ ਦਾ ਬਿਲਕੁਲ ਵਿਚਕਾਰਲਾ ਹਿੱਸਾ, ਥੋੜਾ ਜਿਹਾ ਟੋਆ ਜਿਹਾ ਪਿਆ ਹੁੰਦਾ ਨਾ, ਜਿੱਥੇ ਨਾੜੂਆ ਜੜਿਆ ਹੁੰਦਾ ਜਦੋਂ ਬੱਚਾ ਜਨਮ ਲੈਂਦਾ ਮਾਂ ਦੇ ਨਾਲ,
ਉਹ ਨਾਭੀ ਦੇ ਵਿੱਚ ਹੈ, ਇਹਦੇ 10 ਪੱਤਰੇ ਨੇ। ਰੰਗ ਇਹਦਾ ਨੀਲਾ ਤੇ ਵਿਸ਼ਨੂੰ ਜੀ ਦਾ ਵਾਸ ਹੈ ਇਹਦੇ ਵਿੱਚ। ਅਨਾਹਤ ਚੱਕਰ ਹੈ ਜਿਹੜਾ ਚੌਥਾ, ਉਹ ਹਿਰਦੇ ਵਿੱਚ ਹੈ, 12 ਪੱਤਰੇ ਨੇ, ਸੋਨੇ ਰੰਗ ਹੈ ਤੇ ਸ਼ਿਵ ਜੀ ਦਾ ਇਹਦੇ ਵਿੱਚ ਵਾਸਾ ਬਣਿਆ। ਪੰਜਵਾਂ ਵਿਸ਼ੁੱਧ ਚੱਕਰ ਹੈ, ਇਹ ਕੰਠ ਵਿੱਚ ਹੈ, 16 ਪੱਤਰੇ ਨੇ, ਰੰਗ ਇਹਦਾ ਲਾਲ ਹੈ ਤੇ ਜੀਵ ਦਾ ਇਹਦੇ ਵਿੱਚ ਵਾਸ ਹੈ। ਛੇਵਾਂ ਚੱਕਰ ਹੈ ਜਿਹੜਾ ਭਰਵੱਟਿਆਂ 'ਚ ਹੈ, ਜਿੱਥੇ ਆਪਣੇ ਨੱਕ ਹੈ, ਇਹਦੀ ਸੇਧ ਉੱਪਰ ਨੂੰ ਦੋਨੇ ਅੱਖਾਂ ਦਾ ਵਿਚਕਾਰਲਾ ਹਿੱਸਾ ਜਿਹੜਾ ਮੱਥਾ ਹੈ ਅੰਦਰਲੇ ਪਾਸੇ ਉਹਦੇ ਤੋਂ। ਇਸ ਕਰਕੇ ਇਹ ਆਗਿਆ ਚੱਕਰ ਭਰਵੱਟਿਆਂ ਦੇ ਵਿੱਚ ਹੈ। 2 ਪੱਤਰੇ ਨੇ, ਚਿੱਟਾ ਰੰਗ ਹੈ ਤੇ ਬ੍ਰਹਸਪਤੀ ਦਾ ਵਾਸਾ ਇਹਦੇ ਵਿੱਚ ਮੰਨਿਆ ਹੈ। ਕਹਿੰਦੇ ਇਹ ਭਾਈ 6 ਚੱਕਰ ਹੈ। ਇਹਨਾਂ 6 ਚੱਕਰਾਂ ਨੂੰ ਫਿਰ ਅੱਗੇ ਦੱਸਦੇ ਨੇ ਸੁਰਤ। ਸੁਰਤ ਸੁਨ ਅਨਰਾਗੀ। ਉਹ ਫਿਰ ਜਦੋਂ ਉਪਾਨ ਬਾਜੀ ਉਲਟਾ ਕੇ ਚੱਲਦੀ ਹੈ, 6 ਚੱਕਰਾਂ ਨੂੰ ਇਹਨੂੰ ਭੇਦ ਕੇ ਬਿੰਨ ਕੇ ਫਿਰ ਸੁਰਤ ਜਿਹੜੀ ਹੈ ਜੋਗੀ ਦੀ, ਇਹ ਭੰਗਮਾ ਨਾੜੀ ਦੇ ਰਸਤੇ ਉਹ ਫਿਰ ਸੁਨ ਅਫੁਰ ਪਦਵੀ ਤੇ ਚਲੀ ਜਾਂਦੀ ਹੈ। ਜਿਹੜਾ 10ਵਾਂ ਦਵਾਰ ਹੈ ਉਹਦੇ ਵਿੱਚ ਅਨਰਾਗੀ ਪ੍ਰੇਮਣ ਹੋ ਕੇ ਸਥਿਤ ਹੋ ਜਾਂਦੀ ਹੈ। ਕਹਿੰਦੇ ਇਹ ਚੱਕਰਾਂ ਦੇ ਭੇਦ ਹਨ ਤੇ ਇਹ ਯੋਗ ਮਤ ਅਨੁਸਾਰ ਹੈ। ਪ੍ਰਾਣਾਯਾਮ ਜਿਹੜੇ ਕਰਦੇ ਹੈ ਇਹਦੇ ਵਿੱਚ 6 ਚੱਕਰਾਂ ਨੂੰ ਸਾਧਨਾ ਈੜਾ ਪਿੰਗਲਾ ਔਰ ਸੁਖਮਨਾ 3 ਵਸੈ ਇਕਠਾਈ ਬੇਣੀ ਸੰਗਮ ਤਹਾਂ ਪਿਰਾਗਮਨ ਮੱਜਨ ਕਰੈ ਤਿਥਾਈ। ਤੇ ਇਸ ਪ੍ਰਕਾਰ ਇਹ ਦੱਸਿਆ ਕਿ ਇਸੇ ਨੂੰ ਜਿਹੜਾ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਹੈ ਉਹ ਸਹਿਜੋਗ ਹੈ, ਭਗਤੀ ਯੋਗ ਹੈ, ਗਿਆਨ ਸਹਿਤ ਭਗਤੀ ਹੈ। ਉਹਦੇ ਵਿੱਚ ਇਸ ਨੂੰ ਕਿਸ ਪ੍ਰਕਾਰ ਮੰਨੇ, ਸਹਿਜੋਗ ਦਾ ਗਿਆਨ ਵੀ ਦਿੰਦੇ ਨਾਲ। ਜਿੱਥੇ ਪ੍ਰਾਣਾਯਾਮ ਦੀ ਗੱਲ ਕਰਦੇ ਨੇ ਉੱਥੇ ਸਹਿਜੋਗ ਦੱਸਦੇ ਨੇ। ਫੇਰ ਬੋਲੋ ਜੀ। ਉਲਟਤ ਪਵਨ ਚੱਕਰ ਖਟ ਭੇਦੇ। ਜਦੋਂ ਚਿੱਤ ਦੀ, ਪਵਨ ਨਾਮ ਹੈ ਵਾਸ਼ਨਾ ਦਾ, ਜਿਹੜੇ ਮਨ ਦੀ ਵਾਸ਼ਨਾ ਹੈ ਇਹ ਉਲਟਤ ਉਲਟਦੀ ਹੈ। ਭਾਵ ਕੀ ਹੈ, ਪਰਮੇਸ਼ਰ ਦੇ ਪਾਸੇ ਨੂੰ ਕਰਵਟ ਲੈਂਦੀ ਹੈ। ਜਦੋਂ ਹੁਣ ਸੰਸਾਰ ਵਾਲੇ ਪਾਸੇ ਜੁੜੀ ਹੋਈ ਹੈ ਵਾਸ਼ਨਾ ਸਾਡੀ, ਤਾਂ ਚੱਕਰ ਖਟ 6 ਚੱਕਰ ਕਿਹੜੇ, 5 ਤਾਂ ਹੋ ਗਏ ਗਿਆਨ ਇੰਦਰੇ, 6ਵਾਂ ਹੋ ਗਿਆ ਮਨ। ਇਹਨਾਂ ਨੂੰ ਵਿਸ਼ਿਆਂ ਦੀ ਵਾਸ਼ਨਾ ਵੱਲੋਂ ਬਿੰਨ ਲਿਆ ਜਾਂਦਾ ਹੈ। ਇਸ ਕਰਕੇ ਜਦੋਂ ਇਹਨਾਂ ਨੂੰ ਬਿੰਨ ਲਿਆ ਜਾਂਦਾ ਹੈ, ਸੁਰਤ ਸੁਨ ਅਨਰਾਗੀ। ਸੁਰਤ ਫਿਰ ਇਹ ਫੁਰ ਹੋ ਕੇ ਉਸ ਅਵਸਥਾ ਦੀ ਪ੍ਰੇਮਣ ਹੋ ਜਾਂਦੀ ਹੈ। ਫਿਰ ਬੋਲੋ ਜੀ। ਉਲਟਤ ਪਵਨ ਚੱਕਰ ਖਟ ਭੇਦੇ। ਤੇ 5 ਜਿਹੜੇ 6 ਕਿਵੇਂ ਬਣਦੇ ਐ? 5 ਤਾਂ ਹੋ ਗਏ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। 6ਵਾਂ ਹੋ ਗਿਆ ਮਨ। ਇਹਨਾਂ ਨੂੰ ਵਿਸ਼ਿਆਂ ਦੀ ਵਾਸ਼ਨਾ ਵੱਲੋਂ ਉਲਟਤ ਪਵਨ ਚੱਕਰ ਖਟ ਭੇਦੇ। ਇਹਨਾਂ ਖਟ 6 ਨੂੰ ਜਿਨ੍ਹਾਂ ਨੂੰ ਸਾਨੂੰ ਚੱਕਰ ਦੇ ਵਿੱਚ ਪਾਇਆ ਹੋਇਆ ਹੈ, ਇਹਨਾਂ ਵਿਸ਼ਿਆਂ ਨੂੰ ਤੇ ਜਿਸ ਵੇਲੇ ਬਿੰਨ ਲਿਆ, ਇਹ 6 ਜਿਹੜੇ ਬਿੰਨ ਲਏ ਜਾਂਦੇ ਨੇ ਜਦੋਂ, ਕਿਉਂਕਿ ਇਹਨਾਂ ਦੁਆਰਾ ਹੀ ਜੀਵ ਜੰਮਣ ਮਰਨ ਦੇ ਵਿੱਚ ਪੈਂਦਾ ਹੈ। ਫਿਰ ਉਸ ਵੇਲੇ ਸੁਰਤ ਸੁਨ ਅਨਰਾਗੀ। ਸੁਰਤ ਜਿਹੜੀ ਹੈ ਉਹ ਫਿਰ ਪਰਮੇਸ਼ਰ ਦੇ ਨਾਮ ਦੀ ਅਨਰਾਗੀ ਪ੍ਰੇਮਣ ਹੋ ਜਾਂਦੀ ਹੈ। ਫਿਰ ਬੋਲੋ ਜੀ। ਉਲਟਤ ਪਵਨ ਚੱਕਰ ਖਟ ਭੇਦੇ। ਤੇ ਇਹ ਜਿਹੜੇ ਕਹਿੰਦੇ ਚੱਕਰ ਖਟ ਕਿਹੜੇ ਨੇ, 5 ਤੱਤ ਹੋ ਗਏ, 6ਵਾਂ ਇਹਨਾਂ ਦੇ ਚ ਅਗਿਆਨ ਹੈ। ਇਹ ਖਟ ਚੱਕਰ ਨੇ ਤੇ ਇਹਨਾਂ ਨੂੰ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਦੇ ਬਚਨਾਂ ਅਨੁਸਾਰ, ਗੁਰੂ ਦੇ ਬਾਣਾਂ ਅਨੁਸਾਰ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣੀਆਲੇ ਅਣੀਆਂ ਰਾਮ ਰਾਜੇ, ਇਹਨਾਂ ਬਾਣਾਂ ਦੇ ਨਾਲ ਬਿੰਨ ਦਿੱਤਾ ਜਾਂਦਾ ਹੈ। ਉਸ ਵੇਲੇ ਸਾਰੀ ਪਵਨ ਵਾਸ਼ਨਾ ਜਿਹੜੀ ਹੈ, ਪਵਨ ਵਾਸ਼ਨਾ ਨਾਮ ਹੈ, ਤੇ ਇਹ ਫਿਰ ਸਾਰੀ ਮਿਟ ਜਾਂਦੀ ਹੈ, ਉਲਟਤ ਹੋ ਗਈ, ਉਧਰੋਂ ਹਟ ਕੇ ਦੂਸਰੇ ਪਾਸੇ ਲੱਗ ਗਈ ਹੈ। ਸੁਰਤ ਸੁਨ ਅਨਰਾਗੀ। ਸੁਰਤ ਚਿੱਤ ਦੀ ਵਿਰਤੀ ਜਿਹੜੀ ਸੁਨ ਅਫੁਰ ਹੋ ਕੇ ਬ੍ਰਹਮ ਦੀ ਅਨਰਾਗੀ ਪ੍ਰੇਮਣ ਹੋ ਗਈ, ਉਹਦੇ ਵਿੱਚ ਜੁੜ ਗਈ ਹੈ। ਆਵੇ ਨਾ ਜਾਏ ਮਰੈ ਨਾ ਜੀਵੈ। ਹੇ ਜੋਗੀ, ਜਿਹੜਾ ਜਨਮ ਧਾਰ ਕੇ ਆਵੇ ਆਉਂਦਾ ਹੈ ਤੇ ਮਰ ਕੇ ਜਾਂਦਾ ਜੀ, ਫਿਰ ਜਦੋਂ ਇਹ ਅਵਸਥਾ ਪ੍ਰਾਪਤ ਹੋ ਜਾਵੇ ਤੇ ਉਹ ਫਿਰ ਜਨਮ ਧਾਰ ਕੇ ਆਉਂਦਾ ਨਾ ਨਹੀਂ ਹੈ। ਆਵੇ ਨਾ, ਨਹੀਂ ਆਏਗਾ ਜਨਮ ਧਾਰ ਕੇ, ਤੇ ਮਰੇ ਨਾ ਜੀਵੈ, ਨਾ ਮਰ ਕੇ ਕਿਤੇ ਜਾਵੇਗਾ, ਕਿਤੇ ਨਹੀਂ ਜਾਂਦਾ ਉਹ।
ਨਾ ਇਹ ਸਰੀਰ ਕਰਕੇ ਮਰਦਾ ਹੈ, ਨਾ ਇਹ ਸਰੀਰ ਕਰਕੇ ਕੋਈ ਜੀਵ ਹੈ, ਜੀਵਤ ਹੈ। ਫਿਰ ਕੇਵਲ ਫਿਰ ਅਦਵੈਤ ਆਨੰਦ ਸਰੂਪ ਹੈ। ਇਸ ਕਰਕੇ ਤਾਸ ਖੋਜ ਬਹਿਰਾਗੀ, ਤਾਸ ਤਿਸ ਨੂੰ ਬੈਰਾਗੀ ਵੈਰਾਗਮਾਨ ਹੋ ਕੇ ਪ੍ਰੇਮੀ ਬਣ ਕੇ ਦਸਮ ਦੁਆਰ ਦੀ ਚੇਤਨ ਦੀ ਜੋ ਲਾਟ ਹੈ ਉਹਨੂੰ ਖੋਜਣਾ ਕਰ। ਤੇਰੇ ਅੰਦਰ ਹੀ ਸਭ ਕੁਝ ਹੈ। ਮੇਰੇ ਮਨ ਹੀ ਉਲਟ ਸਮਾਨਾ, हे ਜੋਗੀ ਹੁਣ ਮੇਰੇ ਮਨ ਹਿਰਦੇ ਨੇ ਹੀ ਨਿਸ਼ਚੈ ਕਰਕੇ ਮਨ ਮਨੌਤ ਵੱਲੋਂ ਉਲਟ ਕੇ ਪਰਮੇਸ਼ਰ ਵਿੱਚ ਸਮਾਉਣਾ ਕੀਤਾ ਹੈ। ਜਾਂ हे ਮੇਰੇ ਪਿਆਰੇ, ਮੇਰੇ ਮਨ ਗੁਰਾਂ ਦੇ ਮਨ ਮੰਤਰ ਕਰਕੇ ਸੰਸਾਰਾਕਾਰ ਵਿਰਤੀ ਵੱਲੋਂ ਉਲਟ ਕੇ ਬ੍ਰਹਮਾਕਾਰ ਵਿਰਤੀ ਹੋ ਕਰਕੇ ਆਤਮਿਕ ਆਨੰਦ ਵਿੱਚ ਮੈਂ ਸਮਾ ਗਿਆ ਹਾਂ। ਤੇ ਇਸ ਕਰਕੇ ਇਹ ਅਵਸਥਾ ਹੋ ਗਈ ਹੈ। ਤੇਰੀ ਵੀ ਤਾਂ ਹੀ ਬਣ ਸਕਦੀ ਹੈ, ਤੂੰ ਇਸ ਤਰੀਕੇ ਨਾਲ ਇਹ ਸਾਧਨ ਕਰ। ਸਹਿਜਯੋਗ ਦਾ ਕਰ ਲੈ, ਭਾਵੇਂ ਪ੍ਰਾਣਾਯਾਮ ਵਾਲਾ ਕਰ ਲੈ। ਤੈਨੂੰ ਦੋਨੇ ਤਰੀਕੇ ਦੱਸੀ ਜਾ ਰਹੇ ਹਾਂ। ਗੁਰ ਪ੍ਰਸਾਦ ਅਕਲ ਭਈ ਅਵਰੈ, ਜਦੋਂ ਗੁਰ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਹੋ ਜਾਏ ਉਦੋਂ ਫਿਰ ਪਹਿਲਾਂ ਜਿਹੜੀ ਵਿਸ਼ੇ ਵਿਸ਼ਾਣੀ ਬੁੱਧ ਹੁੰਦੀ ਹੈ। ਹੁਣ ਪਹਿਲਾਂ ਕਬੀਰ ਸਾਹਿਬ ਕਹਿੰਦੇ ਮੇਰੀ ਵੀ ਐਸੀ ਬੁੱਧ ਸੀ, ਹਾਲਾਂਕਿ ਕਬੀਰ ਸਾਹਿਬ ਤਾਂ ਜਨਮ ਤੋਂ ਹੀ ਭਗਤੀ 'ਚ ਲੱਗੇ ਆ। ਕਹਿੰਦੇ ਉਸ ਅਕਲ ਬੁੱਧ ਜਿਹੜੀ ਸੀ, ਅਕਲ ਦਾ ਅਰਥ ਹੈ ਬੁੱਧ, ਉਹ ਅਵਰੈ ਹੋਰ ਦੀ ਹੋਰ ਹੀ ਹੋ ਗਈ। ਕਿਵੇਂ ਹੋ ਗਈ? ਮੈਨੂੰ ਸੰਸਾਰਾਕਾਰ ਜਿਹੜੀ ਬਿਰਤੀ ਸੀ, ਹੁਣ ਮੈਨੂੰ ਸੰਸਾਰ ਨਾਸਵਾਨ ਦਿਖਣ ਲੱਗ ਪਿਆ। ਅੱਗੇ ਸੰਸਾਰ ਸੱਚਾ ਦਿਖਦਾ ਸੀ। ਅਵਿਨਾਸੀ ਪਦ ਦੇ ਵਿੱਚ ਹੁਣ ਇਹ ਜਿਹੜੀ ਬਿਰਤੀ ਮੇਰੀ ਹੈ ਨਾ, ਉਹ ਲੈ ਹੋ ਗਈ ਹੈ। ਤੇ ਇਸ ਕਰਕੇ ਨਾ ਤਰ ਥਾ ਬੇਗਾਨਾ, ਇਹ ਅਵਸਥਾ ਪ੍ਰਾਪਤ ਹੋਣ ਤੋਂ ਪਹਿਲਾਂ ਤੇ ਨਾ ਨਹੀਂ ਤਰ ਤਾਂ ਉਸ ਗੁਰਾਂ ਦੀ ਕਿਰਪਾ ਤੋਂ ਪਹਿਲਾਂ ਮੈਂ ਇਸ ਉੱਚੀ ਸੋਝੀ ਤੋਂ ਬੇਗਾਨਾ ਬੇਗਿਆਤ ਸੀ। ਮੈਨੂੰ ਪਤਾ ਨਹੀਂ ਸੀ ਇਹਦਾ। ਥਾ ਦਾ ਅਰਥ ਹੈ ਸੀ, ਮੈਂ ਉਸ ਵੇਲੇ ਇਹ ਅਵਸਥਾ ਸੀ। ਨਾ ਤਰ ਥਾ ਬੇਗਾਨਾ, ਉਦੋਂ ਬੇਗਾਨਾ ਬੇਗਿਆਤ ਹੋਇਆ ਫਿਰਦਾ ਸੀ। ਤੇ ਜਾਂ ਫਿਰ ਬੇਗਾਨਾ ਬੇਗਿਆਨੀਆਂ ਦਾ ਭਾਵ ਜਿਹੜਾ ਜਮਦੂਤਾਂ ਕਾਮ ਕ੍ਰੋਧ ਆਦਿ ਦਾ ਬਣਿਆ ਫਿਰਦਾ ਸੀ ਕਿ ਉਹ ਕਦੇ ਜਮਦੂਤ ਫੜ ਕੇ ਲੈ ਗਏ, ਨਰਕ ਸਜ਼ਾ ਦੇ ਦਿੱਤੀ, ਫੇਰ ਆ ਗਏ, ਫੇਰ ਫੜ ਕੇ ਲੈ ਗਏ। ਤੇ ਇਸ ਪ੍ਰਕਾਰ ਮੈਂ ਬੇਗਾਨਾ ਹੋਇਆ ਫਿਰਦਾ ਸੀ। ਤੇ ਬੇਗਾਨਾ ਬੇਨਾਮ ਦਵੈਤ ਦਾ ਹੁੰਦਾ ਹੈ। ਗਾਨਾ ਨਾਮ ਗਾਉਣ ਦਾ ਕਹਿਣ ਵਾਲਾ, ਦਵੈਤ ਦੀਆਂ ਗੱਲਾਂ ਕਹਿਣ ਵਾਲਾ ਹੋ ਰਿਹਾ ਸੀ। ਤੇ ਹੁਣ ਇਹ ਅਕਲ ਪਈ ਅਵਰ ਹੈ, ਹੁਣ ਬ੍ਰਹਮਾਕਾਰ ਬਿਰਤੀ ਹੋ ਗਈ ਹੈ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਹੈ ਨਿਵਰੈ ਦੂਰ ਫੁਨ ਨਿਵਰੈ। ਤੇ ਹੁਣ ਕੈਸੀ ਅਵਸਥਾ ਹੋ ਗਈ? ਨਿਵਰੈ ਨਾਮ ਨੇੜੇ ਦਾ ਹੁੰਦਾ ਹੈ। ਨੇੜੇ ਜੋ ਸੰਸਾਰ ਸਤ ਪ੍ਰਤੀਤ ਹੋ ਰਿਹਾ ਸੀ ਮੈਨੂੰ ਪਹਿਲਾਂ, ਹੁਣ ਉਹ ਦੂਰ ਪ੍ਰਤੀਤ ਹੋਣ ਲੱਗ ਪਿਆ। ਭਾਵ ਕੀ ਹੈ? ਇਹਦਾ ਮੋਹ ਟੁੱਟ ਗਿਆ। ਉਹ ਕਹਿੰਦੇ ਨੇ ਫਲਾਨਿਆਂ ਤੂੰ ਮੇਰੇ ਮਨ ਤੋਂ ਦੂਰ ਕਿਉਂ ਹੋ ਗਿਆ? ਉਹਦਾ ਨੇਹ ਟੁੱਟਣ ਦੀ ਗੱਲ ਹੈ, ਉੱਥੇ ਮੋਹ ਟੁੱਟ ਗਿਆ। ਕਿਉਂਕਿ ਅਸਤ ਜੜ ਦੁੱਖ ਰੂਪ ਪ੍ਰਤੀਤ ਹੋਣ ਲੱਗਿਆ ਪਿਆ। ਇਹ ਸੰਸਾਰ ਅਸਤ ਹੈ, ਜੜ ਰੂਪ ਹੈ, ਦੁੱਖ ਰੂਪ ਹੈ। ਇਸ ਕਰਕੇ ਦੂਰ ਜਿਹੜਾ ਸਤ ਚਿਤ ਆਨੰਦ ਸੀ, ਬ੍ਰਹਮ ਦਾ ਸਰੂਪ, ਉਹ ਦੂਰ ਮੰਨਿਆ ਹੋਇਆ ਸੀ ਪਹਿਲਾਂ। ਉਹ ਹੁਣ ਪੁਨः ਨੇੜੇ ਪ੍ਰਤੀਤ ਹੋਣ ਲੱਗ ਪਿਆ। ਇਸ ਪ੍ਰਕਾਰ ਦੀ ਅਵਸਥਾ ਬਣ ਗਈ ਹੈ। ਜਿਨ ਜੈਸਾ ਕਰ ਮਾਨਿਆ, ਜਿਨ ਜਿਸ ਨੇ ਗੁਰੂ ਪਰਮੇਸ਼ਰ ਨੂੰ ਜਿਹੋ ਜਿਹਾ ਕਰਕੇ ਮੰਨ ਲਿਆ ਹੈ, ਮੰਨਣਾ ਕੀਤਾ ਹੈ, ਉਹ ਜਿਹਾ ਹੀ ਫਲ ਪ੍ਰਾਪਤ ਹੋ ਜਾਂਦਾ ਭਾਈ। ਤੇ ਜਾਂ ਹੈ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹੈ ਇਹ ਸ਼ਬਦ ਵਿੱਚ, ਇਹ ਜੈਸਾ ਅਸੀਂ ਕਥਨ ਕੀਤਾ ਹੈ, ਇਸ ਨੂੰ ਜਿਨ੍ਹਾਂ ਨੇ ਜੈਸਾ ਜਿਸ ਪ੍ਰਕਾਰ ਕਰਕੇ ਮੰਨ ਲਿਆ, ਜਗਿਆਸੂਆਂ ਨੇ, ਉਹ ਜੈਸਾ ਸਰੂਪ ਹੈ ਵੈਸਾ ਹੀ ਮੰਨਣ ਵਾਲੇ ਦਾ ਸਰੂਪ ਹੋ ਜਾਂਦਾ ਹੈ। ਜਿਨ ਜੈਸਾ ਕਰ ਮੰਨਿਆ, ਜਿਨ੍ਹਾਂ ਨੇ ਗੁਰਾਂ ਦਾ ਸਰੂਪ ਪਰਮੇਸ਼ਰ ਦਾ, ਜਿਨ੍ਹਾਂ ਨੇ ਗੁਰਾਂ ਦਾ ਜਿਹੜਾ ਸਰੂਪ ਹੈ ਪਰਮੇਸ਼ਰ ਜਿਹਾ ਕਰਕੇ ਮੰਨ ਲਿਆ। ਤੇ ਉਹ ਫਿਰ ਕਹਿੰਦੇ ਪਰਮੇਸ਼ਰ ਦਾ ਸਰੂਪ ਜਦੋਂ ਗੁਰੂ ਨੂੰ ਮੰਨ ਲਿਆ, ਉਹਨਾਂ ਦਾ ਪਹਿਲਾਂ ਜੋ ਅਗਿਆਨ ਨਿਵਰੈ ਦੂਰ ਫਿਰ ਨਿਵਰੈ,
ਅਗਿਆਨ ਜਿਹੜਾ ਨੇੜੇ ਸੀ ਉਹ ਦੂਰ ਹੋ ਗਿਆ, ਗਿਆਨ ਜਿਹੜਾ ਦੂਰ ਸੀ ਉਹ ਨੇੜੇ ਹੋ ਗਿਆ। ਇਹ ਅਵਸਥਾ ਪ੍ਰਾਪਤ ਹੋ ਗਈ। ਅਲੌਕਿ ਕਾ ਜੈਸੇ ਭਇਆ ਬਰੇਡਾ। ਅਲੌਕਿਕ ਜਿਹੜਾ ਇਹ ਗਲੋ ਨੂੰ ਕਹਿੰਦੇ ਨੇ, ਇਹ ਬਹੁਤ ਕੰਮ ਦੀ ਪਦਾਰਥ ਜਿਹੜਾ ਇੱਕ ਐਸਾ ਹੈ ਜਿਹੜਾ ਸਰੀਰ ਦੇ ਬੜੇ ਕੰਮ ਆਉਂਦਾ ਹੈ, ਉਹਦਾ ਪ੍ਰਮਾਣ ਦਿੱਤਾ ਹੈ। ਜਿਸ ਪ੍ਰਕਾਰ ਅਲੌਕਿਕ ਜਿਹੜੀ ਗਲੋ ਹੈ ਜਿਹੜਾ ਇਹਦਾ ਬਰੇਡਾ ਕੀ ਹੈ, ਇਹਦਾ ਸੱਤ ਕੱਢਿਆ ਜਾਂਦਾ ਹੈ, ਭਇਆ ਹੁੰਦਾ ਹੈ। ਜਿਨ੍ਹਾਂ ਨੇ ਇਸ ਨੂੰ ਐਸੇ ਜਿਹੜਾ ਗਲੋ ਦਾ ਸੱਤ ਹੈ ਇਹਦਾ ਜਿਹੜਾ ਰਸ ਕੱਢਿਆ ਜਾਂਦਾ ਹੈ, ਇਹਦਾ ਜਿਹੜਾ ਸੱਤ ਉਹਨਾਂ ਨੂੰ ਪ੍ਰਾਪਤ ਹੋ ਗਿਆ। ਜਿਨ੍ਹਾਂ ਨੇ ਜਿਨ ਪੀਆ ਤਿਨ ਜਾਣਿਆ। ਜਿਨ੍ਹਾਂ ਨੇ ਉਸ ਗਲੋ ਦੇ ਸੱਤ ਨੂੰ ਪੀਤਾ ਹੈ ਤਿਨਾਂ ਨੇ ਜਾਣਿਆ ਕਿ ਇਸ ਦੇ ਫਾਇਦੇ ਕੀ ਨੇ, ਪੀਣ ਦਾ ਕੀ ਲਾਭ ਹੈ। ਭਾਵ ਕਿ ਇਹ ਖੂਨ ਦੇ ਵਿੱਚ ਜਿਹੜਾ ਵਿਗਾੜ ਆ ਜਾਂਦਾ ਹੈ ਉਹਨੂੰ ਸੁੱਧ ਕਰਦਾ ਹੈ। ਉਹਨੂੰ ਪੀਣ ਕਰਕੇ ਅਰੋਗਤਾ ਪ੍ਰਾਪਤ ਹੁੰਦੀ ਹੈ, ਰੋਗ ਨਿਵਰਤੀ ਦਾ ਬੜਾ ਸਾਧਨ ਮੰਨਿਆ ਹੈ। ਇਸ ਕਰਕੇ ਜਿਨ੍ਹਾਂ ਨੇ ਪੀਤਾ ਉਹੀ ਜਾਣਦੇ ਨੇ। ਜਿਨ ਪੀਆ ਤਿੰਨ ਜਾਣਿਆ। ਇਹਦੇ ਫਾਇਦੇ ਉਸੇ ਨੇ ਜਾਣੇ ਜਿਨ੍ਹਾਂ ਨੇ ਇਸਤੇਮਾਲ ਕੀਤਾ ਹੈ। ਇਸੇ ਪ੍ਰਕਾਰ ਜੀ ਅਲੌਕਿਕ ਕਾ ਜੈਸੇ ਭਇਆ ਬਰੇਡਾ। ਜਿਸ ਪ੍ਰਕਾਰ ਅਲੌਕਿਕ ਮਿਸਰੀ ਦਾ ਜਿਹੜਾ ਬਰੇਡਾ ਨਾਮ ਸਰਬਤ ਤਿਆਰ ਕੀਤਾ ਜਾਂਦਾ ਹੈ, ਪੁਰਾਣੇ ਸਮੇਂ ਦੀ ਸੀ, ਹੁਣ ਕਾਹਨੂੰ ਅਗਲਾ ਕੋਈ ਖੇਚਲ ਕਰਦਾ। ਇਸ ਤਰ੍ਹਾਂ ਜਦੋਂ ਬਾਰਿਸ਼ ਹੁੰਦੀ ਹੋਵੇ, ਉਹ ਜਿਹੜੀ ਕੂਜਾ ਮਿਸਰੀ ਹੁੰਦੀ ਹੈ, ਕਈ ਪ੍ਰਕਾਰ ਦੀ ਹੈ ਨਾ, ਇੱਕ ਡਲੀ ਵਾਲੀ ਇੱਕ ਕੂਜਾ ਮਿਸਰੀ ਹੈ। ਉਹ ਵੈਦ ਕੂਜਾ ਮਿਸਰੀ ਲੈ ਕੇ ਉਹਨੂੰ ਕੁੱਜੇ ਦੇ ਵਿੱਚ ਉੱਪਰ ਕੱਪੜਾ ਬੰਨ੍ਹ ਦਿੰਦੇ। ਕੱਪੜਾ ਬੰਨ੍ਹ ਕੇ ਸਾਧ ਸੰਗਤ ਜੀ ਉਹ ਜਿਹੜੀ ਮਿਸਰੀ ਹੈ ਰੱਖ ਦਿੰਦੇ। ਉਹ ਬਰਖਾ ਦੇ ਨਾਲ ਪਾਣੀ ਲਾ ਕੇ ਮਿਸਰੀ ਖੁਰ ਕੇ ਵਿੱਚ ਜਾਂਦੀ ਹੈ, ਇੱਕ ਇੱਕ ਬੂੰਦ ਹੋ ਕੇ। ਉਹਦਾ ਸਰਬਤ ਤਿਆਰ ਹੁੰਦਾ ਸੀ। ਬੜਾ ਠੰਡਾ ਹੁੰਦਾ ਹੈ ਤੇ ਰਸਦਾਇਕ ਹੁੰਦਾ ਹੈ, ਤੇ ਖਾਸ ਕਰਕੇ ਖਾਂਸੀ ਦੇ ਰੋਗ ਲਈ ਵਰਤਿਆ ਜਾਂਦਾ ਹੈ। ਫੇਫੜੇ ਸਾਫ਼ ਕਰਦਾ ਹੈ, ਤੇ ਜਿਹਨੂੰ ਗਰਮੀ ਦਾ ਰੋਗ ਹੋਵੇ ਉਹਨੂੰ ਠੀਕ ਕਰਦਾ ਹੈ। ਇਸ ਕਰਕੇ ਐਸਾ ਜਿਹੜਾ ਅਲੌਕਿਕ ਦਾ ਭਾਵ ਮਿਸਰੀ ਦਾ ਬਣਿਆ ਹੋਇਆ ਬਰੇਡਾ ਸਰਬਤ ਹੈ। ਜਿਨ ਪੀਆ ਤਿਨ ਜਾਣਿਆ। ਜਿਨ੍ਹਾਂ ਨੇ ਇਸ ਰਸ ਦੇ ਤਾਈਂ ਪੀਤਾ ਹੈ ਉਹਨਾਂ ਨੂੰ ਠੰਡ ਦੇ ਰਸ ਦਾ, ਉਹਦੇ ਗੁਣਾਂ ਨੂੰ ਜਾਣਿਆ, ਜਾਣਨਾ ਕੀਤਾ ਵੀ ਕੈਸਾ ਹੈ। ਤੇ ਫਿਰ ਬੋਲੋ ਜੀ ਅਲੌਕਿਕ ਕਾ ਜੈਸੇ ਭਇਆ ਬਰੇਡਾ। ਅਲੌਕਿਕ ਦੀ ਨਿਆਈ ਜਿਹੜੀ ਸਤ ਸੰਗਤ ਹੈ, ਜਿੱਥੇ ਆਪ ਜੀ ਬੈਠੇ ਹੋ, ਜਿਸ ਦੇ ਵਿੱਚ ਪਰਮੇਸ਼ਰ ਦਾ ਜਸ ਅਲਾਪ ਹੁੰਦਾ ਹੈ, ਉਹ ਸਤ ਸੰਗਤ ਦਾ ਜਿਹੜਾ ਉਪਦੇਸ਼ ਰੂਪ ਸਰਬਤ ਹੈ ਨਾ, ਜਿਨ੍ਹਾਂ ਤਾਈਂ ਪ੍ਰਾਪਤ ਹੋਇਆ ਹੈ, ਤੇ ਉਹਨਾਂ ਨੇ ਸਾਧ ਸੰਗਤ ਇਸ ਰਸ ਨੂੰ ਜਿਨ ਪੀਆ ਤਿਨ ਜਾਣਿਆ। ਇਸ ਨੂੰ ਪ੍ਰਾਪਤ ਕੀਤਾ। ਜਿਨ੍ਹਾਂ ਨੇ ਕੰਨਾਂ ਰੂਪ ਡੂਨਿਆਂ ਥਾਈਂ, ਜਿਨ੍ਹਾਂ ਨੇ ਇਸ ਅੰਮ੍ਰਿਤ ਤਾਈਂ ਪੀਤਾ, ਉਹਨਾਂ ਨੇ ਅੰਮ੍ਰਿਤ ਦੇ ਇਸ ਉਪਦੇਸ਼ ਦੇ ਸਵਾਦ ਨੂੰ, ਰਸ ਨੂੰ ਉਹਨਾਂ ਨੇ ਜਾਣਿਆ ਹੈ ਕਿ ਇਹਦਾ ਕੀ ਲਾਭ ਹੈ। ਜੰਮਣ ਮਰਨ ਤੋਂ ਰਹਿਤ ਕਰਨ ਵਾਲਾ ਹੈ, ਹਉਮੈ ਦੇ ਰੋਗ ਦੀ ਨਿਵਰਤੀ ਹੈ, ਉਹ ਜਾਣਦੇ ਹਨ। ਤੇਰੀ ਨਿਰਗੁਣ ਕਥਾ ਕਾਇ ਸਿਓ ਕਹੀਐ। ਹੇ ਪਰਮੇਸ਼ਰ, ਤੁਹਾਡੀ ਜਿਹੜੀ ਕਥਾ ਨੂੰ ਮੈਂ ਕਿਸ ਤਰ੍ਹਾਂ ਕਹਾਂ। ਤੁਹਾਡੀ ਜਿਹੜੀ ਕਥਾ ਨਿਰਗੁਣ, ਜਿਹੜੇ ਗੁਣਾਂ ਤੋਂ ਰਹਿਤ ਨੇ, ਜਿਹਦੇ 'ਚ ਗੁਣ ਨਹੀਂ ਹਨ, ਤੇ ਉਹ ਜਿਹੜੇ ਜੀਵਨ ਕਾਇ ਕਿਹੜੇ ਜੀਵਾਂ ਸਿਓ ਕੋਲ ਕਹੀਏ, ਕਥਨ ਕਰੀਏ, ਭਾਵ ਤੇ ਉਹਨਾਂ ਵਿੱਚ ਤਾਂ ਕਥਾ ਸਰਵਣ ਕਰਨ ਦੇ, ਧਾਰਨ ਕਰਨ ਦੇ ਗੁਣੇ ਨਹੀਂ ਹਨ। ਕੀ ਉਹਨਾਂ ਨੂੰ ਇਹ ਕਥਾ ਸੁਣਾਈਏ। ਇਸ ਕਰਕੇ ਤੇਰੀ ਨਿਰਗੁਣ ਕਥਾ ਕਾਇ ਸਿਉ ਕਹੀ ਹੈ। ਇਹ ਨਿਰਗੁਣ ਤਿੰਨਾਂ ਗੁਣਾਂ ਤੋਂ ਅਤੀਤ, ਰਜੋ ਗੁਣ, ਸਤੋ ਗੁਣ, ਤਮੋ ਗੁਣ, ਇਹਨਾਂ ਤੋਂ ਪਰੇ ਪਰਮੇਸ਼ਰ ਤੇਰੀ ਤੁਹਾਡੀ ਜਿਹੜੀ ਕਥਾ ਕਾਇ ਕਿਸ ਅਧਿਕਾਰੀ ਸਿਉ ਪਾਸ ਕਹੀਏ, ਕਾਇ ਸਿਉ ਕਹੀਏ, ਕਿਹਨੂੰ ਕਹੀਏ ਮਹਾਰਾਜ, ਕਹਿਣਾ ਕਰੀਏ। ਐਸਾ ਕੋਈ ਵਿਵੇਕੀ। ਇਹੋ ਜਿਹਾ ਕੋਈ ਵਿਵੇਕੀ। ਬਿਬ ਦੋ ਦਾ ਨਾਮ ਹੈ, ਦੋ ਤੋਂ ਇੱਕ ਗਿਆਨ ਨੂੰ ਸਮਝਣ ਵਾਲਾ, ਜੀਵ ਈਸ਼ ਦੀ ਏਕਤਾ ਨੂੰ ਸਮਝਣ ਵਾਲਾ ਜਿਹੜਾ ਵਿਵੇਕੀ ਪੁਰਸ਼ ਹੈ, ਗਿਆਨਵਾਨ ਪੁਰਸ਼ ਹੋਏ ਨੇ, ਤੇ ਐਸਾ ਕੋਈ ਵਿਵੇਕੀ ਉਹਨਾਂ ਦੇ ਪਾਸ ਕਹਿਣਾ ਕਰੀਏ। ਇਹ ਉਹਨਾਂ ਦੇ ਅਧਿਕਾਰੀ ਦੀ ਵਸਤੂ ਹੈ। ਕਹੋ ਕਬੀਰ ਜਿਨ ਦਿਆ ਪਲੀਤਾ। ਕਬੀਰ ਸਾਹਿਬ ਜੀ ਕਥਨ ਕਰਦੇ ਨੇ
ਇਹ ਹੁਣ ਪ੍ਰਮਾਣ ਦਿੰਦੇ ਐ, ਜਿਸ ਤਰ੍ਹਾਂ ਤੋਪਾਂ ਪੁਰਾਣੇ ਸਮੇਂ 'ਚ ਇਹ ਸਾਧਨ ਸੀ, ਤੋਪਾਂ ਹੁੰਦੀਆਂ, ਉਹਨਾਂ ਤੋਪਾਂ ਨੂੰ ਜਦੋਂ ਪਲੀਤਾ, ਅੱਗ ਲਾਉਣ ਵਾਲੀ ਬੱਤੀ ਨੂੰ ਕਹਿੰਦੇ ਐ, ਉਹ ਜਦੋਂ ਲਾਉਂਦੇ ਸੀ ਉਹਦੇ ਵਿਚਲੇ ਬਰੂਦ ਨੂੰ ਅੱਗ ਲੱਗ ਜਾਂਦੀ, ਤੇ ਜਿਨ੍ਹਾਂ ਨੇ ਉਹ ਅੱਗ ਦੀ ਬੱਤੀ ਜਿਹੜੀ ਹੈ ਬੱਤੀ, ਉਹ ਜਿਹੜੀ ਬੱਤੀ ਲਾ ਦਿੱਤੀ ਹੈ, ਫਿਰ ਉਸ ਨੇ ਤਿੰਨ ਤੈਸੀ ਝੱਲ ਦੇਖੀ, ਤਿੰਨ ਉਸ ਨੇ ਹੀ ਉਸ ਬਰੂਦ ਵਿੱਚੋਂ ਨਿਕਲਦੀ ਹੋਈ ਅਨੇਕਾਂ ਤਰ੍ਹਾਂ ਦੇ ਰੰਗਾਂ ਵਾਲੀ ਅੱਗ ਚਮਕਾਰੇ, ਉਹ ਜਿਹੜੀ ਝਲਕ ਰਹੀ ਹੈ ਤੈਸੀ, ਇਸ ਪ੍ਰਕਾਰ ਹੀ ਉਹਨਾਂ ਨੂੰ ਦੇਖਣਾ ਕੀਤਾ ਹੈ। ਤਿੰਨ ਤੈਸੀ ਝੱਲ ਦੇਖੀ, ਉਹਨਾਂ ਨੇ ਦੇਖਣਾ ਕੀਤੀ ਹੈ। ਅੱਜ ਜਿਵੇਂ ਹੁਣ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਆ ਦੀਵਾਲੀ ਨੂੰ ਜਿਹੜੇ ਪਟਾਕੇ ਉਹਦੇ ਚ ਹੈ ਨੀ ਜੀ, ਅਨਾਰ ਚਲਾ ਦਿੱਤਾ, ਉਹਦੇ ਕਈ ਰੰਗ ਨਿਕਲੇ, ਆਤਿਸ਼ਬਾਜ਼ੀ ਚਲਾਈ ਜੀ, ਉਹਦੇ ਕਈ ਰੰਗ ਆਕਾਸ਼ ਜਾ ਕੇ ਹੋ ਜਾਂਦੇ ਨੇ। ਜਿਹਨਾਂ ਪਲੀਤਾ ਦਿੱਤਾ ਪਹਿਲਾਂ ਉਹ ਮੋਮਬੱਤੀ ਨਹੀਂ ਲਾਉਂਦੇ ਨਾਲ, ਤੋਪ ਦਾ ਜਾਣੀ ਵੱਡਾ ਸਾਧਨ ਸੀ, ਇਹ ਛੋਟੇ ਪਲੀਤੇ ਨੂੰ, ਇਹ ਸਮਝਣਾ। ਉਹਨਾਂ ਨੇ ਇਸ ਤਰ੍ਹਾਂ ਦੇਖੀ ਹੈ ਤਿੰਨ ਤੈਸੀ, ਉਹਨਾਂ ਨੇ ਉਹਦੀ ਝਲਕ ਅੱਗ ਦੀ ਦੇਖਣਾ ਕੀਤੀ ਹੈ। ਇਸੇ ਪ੍ਰਕਾਰ ਜੇ ਕਹੋ ਕਬੀਰ ਜਿਨ ਦਿਆ ਪਲੀਤਾ, ਇਸੇ ਪ੍ਰਮਾਣ ਕਬੀਰ ਸਾਹਿਬ ਜੀ ਕਹਿੰਦੇ ਨੇ, ਇਸੇ ਪ੍ਰਕਾਰ ਜਿਹੜੀ ਸੁਰਤ ਰੂਪ ਇਹ ਹਵਾਈ ਤੋਪ ਹੈ, ਇਹਦੇ ਵਿੱਚ ਜਿਹਨਾਂ ਨੇ ਪਰਮੇਸ਼ਰ ਦੇ ਪ੍ਰੇਮ ਦਾ ਪਲੀਤਾ ਦਿਆ ਦਿੱਤਾ ਹੈ, ਪ੍ਰੇਮ ਪਲੀਤਾ ਸੁਰਤ ਹਵਾਈ, ਤੋ ਉਹ ਜਿਹੜਾ ਪ੍ਰੇਮ ਦਾ ਪਲੀਤਾ ਦਿੱਤਾ ਹੈ, ਤੇ ਉਹਨਾਂ ਨੇ ਸਾਥ ਜੀ ਗੋਲਾ ਗਿਆਨ ਚਲਾਇਆ। ਉਹ ਐਸਾ ਜਿਹੜਾ ਗਿਆਨ ਦਾ ਗੋਲਾ, ਇਹ ਅੰਤਰੀ ਭਾਵ ਦੇ ਜੇ ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਤੇ ਇਸ ਤਰ੍ਹਾਂ ਦਾ ਜਿਹੜਾ ਹੈ ਇਹ ਅੰਤਰੀ ਭਾਵ ਦੇ ਵਿੱਚ ਹੈ, ਪ੍ਰੇਮ ਰੂਪੀ ਪਲੀਤਾ ਜਿਨ੍ਹਾਂ ਨੇ ਲਾਇਆ ਹੈ। ਤੇ ਉਹਨਾਂ ਨੇ ਫਿਰ ਤਿੰਨ ਤੈਸੀ ਝੱਲ ਦੇਖੇ, ਇਹਨਾਂ ਨੂੰ ਖੰਡਾਂ ਬ੍ਰਹਮੰਡਾਂ ਤੱਤਾਂ ਆਦਿਕ ਦੇ ਵਿੱਚ ਪਰਮੇਸ਼ਰ ਦੇ ਆਨੰਦ ਦੀ ਝੱਲ, ਨਾਮ ਇੱਥੇ ਝਲਕਦਾ, ਝਲਕ ਪੈਂਦੀ ਹੈ। ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਇਹ ਝਲਕ ਦੇ ਲਿਸ਼ਕਾਰੇ ਉਹਨਾਂ ਨੂੰ ਪੈਂਦੇ ਨੇ। ਪ੍ਰਕਾਸ਼ ਦਿਸਦਾ ਹੈ, ਨੇਤਰ ਬੰਦ ਕਰਿਆਂ ਵੀ ਦਿਸਦਾ ਹੁੰਦਾ, ਨੇਤਰ ਖੁੱਲਿਆਂ ਵੀ ਦਿਸਦਾ ਹੈ, ਨੇਤਰਾਂ ਨਾਲ ਸੰਬੰਧ ਹੀ ਨਹੀਂ ਉਹਦਾ ਕੋਈ। ਉਹ ਇਸ ਤਰ੍ਹਾਂ ਦੇ ਉਹਦੇ ਚਮਕਾਰੇ, ਬਿਜਲੀ ਚਮਕਾਏ ਹੋਏ ਆਨੰਦ। ਇਸ ਪ੍ਰਕਾਰ ਸਤੋਵੀਂ ਬਿਰਤੀ ਦੇ ਝਲਕਾਰੇ ਪੈਂਦੇ ਨੇ। ਫਿਰ ਉਹਨਾਂ ਨੂੰ ਗੌੜੀ, ਅੱਗੇ ਗੌੜੀ ਰਾਗ ਦੇ ਵਿੱਚ ਹੀ ਕਬੀਰ ਸਾਹਿਬ ਜੀ ਨੇ ਇਹ ਸ਼ਬਦ ਉਦੋਂ ਉਚਾਰਨ ਕੀਤਾ ਹੈ ਕਿ ਜਿਸ ਵੇਲੇ ਰਾਮਾਨੰਦ ਜੀ ਦੀ ਜਿਹੜੇ ਸੀ ਉਹ ਬ੍ਰਹਮਲੀਨ ਹੋ ਗਏ, ਯਾਨੀ ਸਰੀਰ ਦਾ ਪਰਿਤਿਆਗਨ ਕਰ ਦਿੱਤਾ। ਉਸ ਵੇਲੇ ਕਾਂਸੀ ਦੇ ਲੋਕਾਂ ਨੇ ਕਬੀਰ ਜੀ ਨੂੰ ਪੁੱਛਿਆ ਕਿ ਤੁਹਾਡੇ ਜਿਹੜੇ ਗੁਰੂ ਰਾਮਾਨੰਦ ਜੀ ਸਨ, ਉਹਨਾਂ ਦਾ ਨਿਵਾਸ ਕਿੱਥੇ ਹੋਇਆ ਹੈ, ਜਾਂ ਫਿਰ ਇਹਦੀਆਂ ਦੋ ਥਾਨਕਾਂ। ਜਿਸ ਵੇਲੇ ਪੰਜ ਕੋਸ਼ੀ ਤੋਂ ਆਉਂਦੇ ਹੋਏ ਭਗਤ ਕਬੀਰ ਜੀ ਨੂੰ 106 ਵਰ੍ਹੇ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਬਾਹਰ ਮਿਲੇ ਸੀ ਕਾਂਸੀ ਤੋਂ, ਤੇ ਜਿਹੜੀ ਲਹਿਣਾ ਸਿੰਘ ਨੇ ਪੋਥੀ ਬਣਾਈ ਹੈ ਕਬੀਰ ਸਾਹਿਬ ਦਾ ਜੀਵਨ, ਉਹਦੇ ਵਿੱਚ ਇਹ ਪ੍ਰਸੰਗ ਲਿਖਿਆ ਹੋਇਆ, ਮਹਾਂਪੁਰਖ ਦੱਸਦੇ ਸਨ। ਤੋ ਇਸ ਕਰਕੇ ਉਹ ਜਦੋਂ ਕਬੀਰ ਸਾਹਿਬ ਜੀ ਨੂੰ ਉਸ ਬਾਰੇ ਪੁੱਛਿਆ, ਮਹਾਰਾਜ ਜਿਹੜੇ ਤੁਹਾਡੇ ਗੁਰੂ, ਤੁਸੀਂ ਕਿਹਾ ਵੀ ਅਸੀਂ ਗੁਰੂ ਨਾਨਕ ਨੂੰ ਗੁਰੂ ਮੰਨਿਆ, ਗੁਰੂ ਨਾਨਕ ਸਾਹਿਬ ਜੀ ਨੇ ਸਹਿਜ ਯੋਗ ਦੇ ਵਿੱਚ ਤੁਹਾਨੂੰ ਲਾਇਆ, ਇਹ ਗੁਰੂ ਨਾਨਕ ਦੀ ਅਵਸਥਾ ਕੀ, ਰਾਮਾਨੰਦ ਜੀ ਕਿੱਥੇ ਪਹੁੰਚੇ? ਭਗਤ ਕਬੀਰ ਸਾਹਿਬ ਜੀ ਆਪਣੇ ਗੁਰੂਆਂ ਬਾਰੇ ਦੱਸਦੇ ਐ, ਦੋਨੇ ਉਥਾਨਕਾਂ ਜਾਣਣੀਆਂ ਇਸ ਦੀਆਂ ਕਥਨ ਕਰਦੇ ਹਨ। ਤਹ ਪਾਵਸ ਸਿੰਧ ਧੂਪ ਨਹੀਂ ਸ਼ਹੀਆ, ਹੇ ਭਾਈ ਤਹ ਉੱਥੇ ਪਾਵਸ ਨਾਮ ਹੈ ਜਿਹੜੀਆਂ 6 ਰੁੱਤਾਂ ਨੇ, ਉਹ 6 ਰੁੱਤਾਂ ਦੇ ਵਿੱਚ ਜਿਵੇਂ ਚੇਤ ਵਿਸਾਖ ਇਹ ਬਸੰਤ ਰੁੱਤ ਬਣੀ ਹੈ, ਜੇਠ ਤੇ ਹਾੜ 2 ਮਹੀਨਿਆਂ ਦੀ ਜਿਹੜੀ ਹੈ ਇਹ ਗਰੀਖਮ ਰੁੱਤ ਬਣੀ ਹੈ, ਸੌਣ ਤੇ ਭਾਦੋਂ ਇਹ ਪਾਵਸ ਰੁੱਤ ਹੈ। ਇੱਥੇ ਇਕੱਲੀ ਰੁੱਤ ਦੀ ਗੱਲ ਕਹੀ ਹੈ, ਸੌਣ ਤੇ ਭਾਦੋਂ ਪਾਵਸ ਰੁੱਤ, ਅੱਸੂ ਕੱਤਾ ਸਰਦ ਰੁੱਤ ਹੈ। ਤੇ ਜਿਵੇਂ ਹੁਣ ਸਰਦ ਰੁੱਤ ਸਮਾਪਤ ਹੋ ਗਈ ਹੈ, ਅੱਗੇ ਸਾਸ ਜੀ ਸੀਸੀਅਰ ਰੁੱਤ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ। ਤੋ ਇਸ ਤਰ੍ਹਾਂ ਜਿਹੜੀ ਉਹਦੇ ਵਿੱਚ ਚੇਤ ਵਿਸਾਖ ਜੇਠ ਹਾੜ ਸੌਣ ਭਾਦੋਂ ਅੱਸੂ ਕੱਤਾ ਮੱਘਰ ਤੇ ਪੋਹ ਇਹ ਸੀਸੀਅਰ ਰੁੱਤ ਹੈ। ਤੇ ਇਸ ਤੋਂ ਬਾਅਦ ਮਾਘ ਤੇ ਫੱਗਣ ਇਹ ਹਿਮਕਰ ਰੁੱਤ ਹੈ। ਇਹ ਜਿਹੜੀਆਂ 6 ਰੁੱਤਾਂ ਨੇ, ਤਹ ਪਾਵਸ ਸਿੰਧ
ਧੂਪ ਨਹੀਂ ਸ਼ਈਆ। ਉੱਥੇ ਇੱਕ ਤਾਂ ਸ਼ੇਰ ਉੱਤਾਂ ਦਾ ਵੀ ਕੋਈ ਭਾਵ ਨਹੀਂ ਹੈ, ਤੇ ਸਿੰਧ ਨਾਮ ਹੈ 7 ਸਮੁੰਦਰ ਜਿਹੜੇ ਉਹ ਵੀ ਨਹੀਂ ਹੈ ਉੱਥੇ। ਧੂਪ ਨਾਮ ਇੱਥੇ ਧੁੱਪ ਦਾ ਹੈ, ਉੱਥੇ ਧੁੱਪ ਵੀ ਨਹੀਂ ਹੈ, ਉੱਥੇ ਸ਼ਈਆ ਸ਼ਾਮ ਨਹੀਂ ਹੈ। ਇਹੋ ਜਿਹਾ ਅਚਰਜ ਸਰੂਪ ਹੈ ਜਿਹੜਾ ਤਹ ਉਤਪਤ ਪਰਲੋ ਨਾਹੀ। ਉੱਥੇ ਜਿਹੜੀਆਂ ਇਹ ਚੀਜ਼ਾਂ ਗਿਣੀਆਂ ਨੇ ਉੱਥੇ ਕੁਝ ਵੀ ਨਹੀਂ ਹੈ, ਤੇ ਤਹ ਉੱਥੇ ਸ੍ਰਿਸ਼ਟੀ ਦੀ ਉਤਪਤੀ ਪੈਦਾਇਸ਼ ਪਰਲੋਂ ਨਾਸ ਹੋਣਾ ਨਾਹੀ ਨਹੀਂ ਹੈ। ਉੱਥੇ ਇਹ ਵੀ ਦੁੰਦਵਾਦ ਨਹੀਂ ਹੈ। ਜਿਸ ਅਵਸਥਾ ਦੇ ਵਿੱਚ ਮੇਰੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਵਿਰਾਜਦੇ ਹਨ, ਜਿੱਥੇ ਮੇਰੇ ਰਾਮਾਨੰਦ ਗੁਰੂ ਜੀ ਚਲੇ ਗਏ ਹਨ, ਤੇ ਉਸ ਥਾਂ ਤੇ ਫਿਰ ਬੋਲੋ ਜੀ ਤਹ ਪਾਵਸ ਸਿੰਧ ਧੂਪ ਨਹੀਂ ਸ਼ਹੀਆ। ਸਤਿਗੁਰੂ ਜੀ ਸਾਧ ਸੰਗਤ ਜੀ ਇਹ ਜਿਹੜਾ ਜਿਨ੍ਹਾਂ ਨੇ ਗੁਰੂ ਦੀ ਸੰਗਤ ਕੀਤੀ, ਗੁਰੂ ਦੀ ਸੰਗਤ ਵਿੱਚ ਆਏ, ਤੇ ਹੁਣ ਗੁਰੂ ਤੇ ਭਾਵਨਾ ਕੈਸੀ ਹੋਣੀ ਚਾਹੀਦੀ ਹੈ ਸ਼ਿਸ਼ ਦੀ। ਧੰਨ ਕਬੀਰ ਸਾਹਿਬ ਕਹਿੰਦੇ ਸਤਿਗੁਰੂ ਨਾਨਕ ਦੇਵ ਜੀ ਵਾਹ ਮੇਰੇ ਰਾਮਾਨੰਦ ਗੁਰੂ ਜੀ ਨੂੰ ਮੋਹ ਰੂਪੀ ਬੱਦਲ ਪਦਾਰਥਾਂ ਰੂਪੀ ਪਾਵਸ ਵਰਖਾ ਵੀ ਨਹੀਂ ਕਰਦੇ, ਤੇ ਇਸ ਕਰਕੇ ਫਿਰ ਸਿੰਧ ਸੰਸਾਰ ਸਮੁੰਦਰ ਤੋਂ ਨਿਆਰੇ ਨੇ। ਕਿਸੇ ਨੂੰ ਬਰਸਰਾਬ ਦੇਣ ਰੂਪੀ ਧੁੱਪ ਵੀ ਨਹੀਂ ਕੱਢਦੇ, ਤੇ ਇਸ ਕਰਕੇ ਤੇ ਉੱਥੇ ਜਾਂ ਇਉਂ ਕਹੋ ਵੀ ਤਮੋ ਗੁਣੀ ਅਗਿਆਨ ਰੂਪੀ ਸੂਰਜ ਵਿੱਚੋਂ ਤ੍ਰਿਸ਼ਨਾ ਰੂਪੀ ਧੁੱਪ ਰਾਗ ਦਵੈਸ਼ ਦੀਆਂ ਕਿਰਨਾਂ ਇਹ ਵੀ ਨਹੀਂ ਹਨ, ਤੇ ਬਿਰਤੀ ਦੇ ਜੜ ਹੋਣ ਰੂਪ ਉੱਤੇ ਸ਼ਹੀਆ ਛਾਂ ਵੀ ਨਹੀਂ ਹੈ, ਅਤੇ ਤਹ ਉੱਥੇ ਕੋਈ ਸੰਕਲਪ ਵਿਕਲਪ ਆਦ ਤਹ ਉਤਪਤ ਪਰਲੋ ਨਾਹੀ। ਤਹ ਉੱਥੇ ਕੋਈ ਸੰਕਲਪ ਦੇ ਉਤਪਤੀ ਵੀ ਨਹੀਂ ਹੈ ਅਤੇ ਨਾ ਹੀ ਨਿਵਰਤੀ ਹੈ। ਪਰਲੋ ਹੋਣਾ ਨਾਸ ਹੋਣਾ, ਨਾ ਸੰਕਲਪ ਹੈ ਨਾ ਸੰਕਲਪ ਨਾਸ ਹੁੰਦਾ ਹੈ। ਆਪਣੇ ਸੰਕਲਪ ਜਨਮ ਵੀ ਲੈਂਦੇ ਨੇ, ਸੰਕਲਪ ਮਰਦੇ ਵੀ ਨੇ। ਤੋ ਇਸ ਕਰਕੇ ਜਾਂ ਫਿਰ ਇਉਂ ਕਹੋ ਵੀ ਉੱਥੇ ਤਹ ਉਤਪਤ ਪਰਲੋ ਨਾਹੀ। ਜਗ ਦੀ ਉਤਪਤੀ ਬ੍ਰਹਮਾ ਕਾਲ ਤੱਕ ਰਹਿੰਦੀ ਹੈ, ਬ੍ਰਹਮਾ ਦੇ ਮਰਨ ਨਾਲ ਜਗ ਦਾ ਸਮਾਉਣਾ ਹੋ ਜਾਂਦਾ ਹੈ, ਪਰ ਉੱਥੇ ਦੋਵੇਂ ਨਹੀਂ ਹਨ ਜਿੱਥੇ ਸਤਿਗੁਰੂ ਜੀ ਬਿਰਾਜਮਾਨ ਹਨ। ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਜਿਹੜਾ ਸਾਧ ਸੰਗੀ ਹੈ, ਕਹਿੰਦੇ ਨਹਿ ਸਿਵ ਸ਼ਕਤੀ ਜਲ ਨਹੀਂ ਪਵਨਾ, ਤਹ ਆਕਾਰ ਨਹੀਂ ਮੇਦਨੀ, ਸਤਿਗੁਰੂ ਜੋਗ ਕਾ ਤਾਹਾਂ ਨਿਵਾਸਾ, ਜੈ ਅਵਗਤ ਨਾਥ ਅਗਮ ਧਣੀ। ਉੱਥੇ ਇਹ ਸਤਿਗੁਰੂ ਦਾ ਤਾਂ ਇੱਥੇ ਵਾਸ ਹੈ ਭਾਈ। ਜੋ ਤੁਸੀਂ ਪੁੱਛਿਆ ਮੇਰੇ ਗੁਰੂ ਦੀ ਬਾਬਤ, ਜੀਵਨ ਮਿਰਤ ਨਾ ਦੁੱਖ ਸੁਖ ਵਿਆਪੈ। ਜੀਵਤ ਜਿਉਂਦੇ ਰਹਿਣਾ ਤੇ ਮਿਰਤ ਮਰਨਾ, ਅਤੇ ਦੁੱਖ ਅਤੇ ਸੁਖ, ਇਹ ਉੱਥੇ ਦੁੰਦਵਾਦ ਨਹੀਂ। ਨਾ ਦੁੱਖ ਹੈ ਨਾ ਸੁੱਖ ਹੈ, ਨਾ ਮਰਨਾ ਹੈ ਨਾ ਜੰਮਣਾ ਹੈ, ਨਾ ਇਹ ਚੀਜ਼ਾਂ ਉਹਨਾਂ ਨੂੰ ਵਿਆਪਿਆ ਵਿਆਪਦੀਆਂ ਹਨ। ਸੁਨ ਸਮਾਧ ਦੋ ਤਹ ਨਾਹੀ। ਨਾ ਤਾਂ ਉੱਥੇ ਸੁਨ ਸਮਾਧ ਨਿਰਵਿਕਲਪ ਸਮਾਧੀ ਹੈ, ਤੇ ਦੂਸਰੀ ਜਿਹੜੀ ਹੈ ਦੋ ਕਹੇਗਾ ਨਾ, ਸਮਾਧ ਦੋ ਤਰ੍ਹਾਂ ਦੀ ਹੁੰਦੀ ਹੈ। ਸਮਾਧੀ ਜਿਹੜੀ ਹੈ ਇੱਕ ਨਿਰਵਿਕਲਪ, ਦੂਸਰੀ ਸਾਵਿਕਲਪ ਸਮਾਧੀ। ਤੇ ਜਿਹੜੀ ਸਾਵਿਕਲਪ ਸਮਾਧੀ ਹੈ ਉਹਦੇ ਤ੍ਰਿਕੁਟੀ ਭਾਸਦੀ ਰਹਿੰਦੀ ਹੈ, ਧਿਆਤਾ ਧਿਆਨ ਤੇ ਵੱਖਰੇ ਵੱਖਰੇ ਦਿਸਦੇ ਹੈ। ਜਿੱਥੇ ਨਿਰਵਿਕਲਪ ਸਮਾਧੀ ਹੈ ਉੱਥੇ ਤ੍ਰਿਕੁਟੀ ਜਿਹੜੀ ਹੈ ਉਹ ਸਮਾਪਤ ਹੋ ਜਾਂਦੀ ਹੈ। ਅੰਤਰ ਸੁਨਮ ਬਾਹਰ ਸੁਨਮ ਤੈ ਬਨ ਸੁਨਮ ਸੁਨਮ, ਚੌਥੇ ਸੁਨਨੇ ਜੋ ਨਰ ਜਾਣੇ ਤਾਂ ਕੋ ਪਾਪ ਨ ਪਾਉ। ਕਹਿੰਦੇ ਉੱਥੇ ਦੋਨੇ ਸਮਾਧਾਂ, ਨਾ ਸਾਵਿਕਲਪ ਸਮਾਧ ਨਾ ਨਿਰਵਿਕਲਪ ਸਮਾਧ, ਇਹ ਦੋ ਤੈਨਾ ਹੀ ਉੱਥੇ ਨਹੀਂ ਹਨ ਦੋਨੇ। ਜਾਂ ਫਿਰ 10ਵੇਂ ਦੁਆਰ ਵਿੱਚ ਬਿਰਤੀ ਚੜਾ ਕੇ ਤੇ ਸਮਾਧੀ ਜਦੋਂ ਲਾ ਲਈ, ਮਨ ਸੁੰਨ ਖਾਲੀ ਜਿਹਾ ਹੋਣਾ, ਤੇ ਇਹ ਵੀ ਦੋਨੇ ਉੱਥੇ ਦੁੰਦਬਾਦ ਉੱਥੇ ਨਹੀਂ ਹਨ। ਇਸ ਪ੍ਰਕਾਰ ਦਾ ਕਬੀਰ ਸਾਹਿਬ ਜੀ ਨੇ ਇਹ ਤੁਕ ਦੇ ਕਥਨ ਕੀਤਾ ਹੈ। ਸਹਿਜ ਕੀ ਅਕਥ ਕਥਾ ਹੈ ਨਿਰਾਰੀ। ਇਸ ਤਰ੍ਹਾਂ ਸਤਿਗੁਰਾਂ ਦੇ ਸਹਿਜ ਗਿਆਨ ਦੀ ਕਥਾ ਜਿਹੜੀ ਹੈ ਇਹ ਅਕਥ ਕਥਨ ਤੋਂ ਰਹਿਤ ਹੈ, ਔਰ ਨਿਰਾਲੀ, ਨਿਰਾਰੀ ਕਹਿੰਦੇ ਨਿਰਾਲੀ ਕਰਨ ਵਾਲੀ, ਸੰਸਾਰ ਤੋਂ ਨਿਰਲੇਪ ਕਰਨ ਵਾਲੀ, ਸੰਸਾਰ ਤੋਂ ਨਿਰਾਲੀ ਵੱਖਰਾ ਕਰਨ ਵਾਲੀ, ਬ੍ਰਹਮ ਦੇ ਵਿੱਚ ਲੀਨ ਕਰਨ ਵਾਲੀ ਹੈ। ਤੁਲ ਨਹੀਂ ਚੜ੍ਹੈ ਜਾਏ ਨਾ ਮੁਕਾਤੀ। ਤੇ ਤੁਲ ਨਹੀਂ ਚੜ੍ਹੈ, ਕਹਿੰਦੇ ਇਹ ਬੁੱਧੀ ਰੂਪ ਤੁਲ ਤਰਾਜੂ ਤੇ ਚੜਾਈ ਨਹੀਂ ਜਾ ਸਕਦੀ, ਨਾ ਹੀ ਕਿਤੇ ਇਹਦੇ ਸ਼ਾਸਤਰ ਪ੍ਰਮਾਣ ਰੂਪੀ ਬਟਿਆਂ ਦੇ ਨਾਲ ਤੋਲਿਆ ਜਾ ਸਕਦਾ ਹੈ। ਇਸ ਕਰਕੇ ਤੇ ਇਹ ਤੁਲ ਨਹੀਂ ਚੜ੍ਹੈ ਜਾਏ ਨਾ ਮੁਕਾਤੀ,
ਤੇ ਕਿਤੇ ਵੀ ਜਾਏ ਜਾਂਦੀ ਹੈ ਤੇ ਨਾ ਤਾਂ ਕਿਤੇ ਜਾਂਦੀ ਹੈ, ਨਾ ਮੁਕਾਤੀ ਮੁਕਦੀ ਹੈ। ਇੱਥੇ ਮੁਕਾਤੀ ਦਾ ਮੁਕਣਾ ਹੁੰਦਾ ਹੈ। ਪਰ ਇਹ ਜਿਹੜੀ ਹੈ ਅੱਗੇ ਦੱਸਦੇ ਹਨ, ਹਲਕੀ ਲੱਗੈ ਨਾ ਭਾਰੀ। ਅਧਿਕਾਰੀਆਂ ਨੂੰ ਹਲਕੀ ਹੌਲੀ ਨਹੀਂ ਲੱਗਦੀ, ਕਿਉਂਕਿ ਉਹਨਾਂ ਦੇ ਮਨ ਫੁਰਨਿਆਂ ਵਿੱਚ ਦੌੜੇ ਰਹਿੰਦੇ ਨੇ, ਇਸ ਕਰਕੇ ਉਹਨਾਂ ਨੂੰ ਸਮਝ ਨਹੀਂ ਪੈਂਦੀ। ਤੇ ਜਿਹੜੇ ਅਧਿਕਾਰੀ ਪੁਰਸ਼ਾਂ ਨੂੰ ਭਾਰੀ ਨਾ ਨਹੀਂ ਲੱਗਦੀ, ਕਿਉਂਕਿ ਉਹਨਾਂ ਦਾ ਜੀਵਨ ਐਸਾ ਬਣ ਗਿਆ, ਇਸ ਕਰਕੇ ਦੁੰਦਵਾਤ ਤੋਂ ਰਹਿਤ ਹੈ ਉਹਨਾਂ ਦੀ ਅਵਸਥਾ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਹਨ ਜੀ, ਅਰਧ ਉਰਦ ਦੋ ਤਹਿ ਨਾਹੀ। ਅਰਧ ਨਾਮ ਹੈ ਜੀਵ ਦਾ, ਕਿਉਂਕਿ ਅੱਧਾ ਹੈ ਅਗਿਆਨ ਕਰਕੇ। ਉਰਦ ਨਾਮ ਹੈ ਈਸ਼ਵਰ ਦਾ। ਜਿਹੜੀ ਉੱਥੇ ਈਸ਼ਵਰਪਣਾ ਤੇ ਜੀਵਪਣਾ, ਇਹ ਦੋਨੇ ਤਹਿ ਉੱਥੇ ਨਹੀਂ ਹਨ, ਨਾ ਜੀਵਪਣਾ ਨਾ ਈਸ਼ਵਰਪਣਾ ਹੈ। ਇਸ ਕਰਕੇ ਅਰਧ ਉਰਦ ਦੋ ਤਹਿ ਨਾਹੀ। ਜਿਹੜਾ ਅਰਧ ਹੇਠਾਂ ਨੂੰ ਸਾਹ ਆਉਂਦਾ ਹੈ, ਉਰਦ ਬਾਹਰ ਨੂੰ ਸਾਹ ਜਾਂਦਾ ਹੈ। ਇਹ ਯੋਗਾ ਅਭਿਆਸ ਦੁਆਰਾ ਪ੍ਰਾਣਾਂ ਨੂੰ ਚੜਾਉਣਾ ਤੇ ਉਤਾਰਨਾ ਆਦਿ ਕੋਈ ਵੀ ਉੱਥੇ ਨਹੀਂ ਹੈ। ਉਸ ਥਾਂ ਤੇ ਐਸਾ ਆਨੰਦ ਵਰਤਿਆ ਰਹਿੰਦਾ ਹੈ। ਰਾਤ ਦਿਨਸ ਤਹਿ ਨਾਹੀ। ਤੇ ਤਹਿ ਉੱਥੇ ਰਾਤ ਰਾਤਰੀ ਅਤੇ ਨਾ ਹੀ ਦਿਨਸ ਦਿਨ, ਇਹ ਵੀ ਨਹੀਂ ਹੈ ਉੱਥੇ। ਜਾਂ ਫਿਰ ਇਹ ਕੋਈ ਰਾਤ ਦਿਨਸ ਤਹਿ ਨਾਹੀ, ਨਾ ਹੀ ਉੱਥੇ ਦਿਨਸ ਗਿਆਨਵਾਨ ਹੈ ਅਤੇ ਨਾ ਹੀ ਅਵਿਦਿਆ ਰੂਪੀ ਰਾਤ ਵਾਲੇ ਜੀਵ ਉੱਥੇ ਅਗਿਆਨੀ ਨੇ। ਭਾਵ ਕਿ ਇਹ ਧੁੰਦਵਾਤ ਤੋਂ ਰਹਿਤ ਅਵਸਥਾ ਹੈ। ਜਲ ਨਹੀਂ ਪਵਨ ਪਾਵਕ ਫੁਨ ਨਾਹੀ। ਇਹ ਨਾ ਹੀ ਉੱਥੇ ਜਲ ਪਾਣੀ ਹੈ, ਨਾ ਹੀ ਉੱਥੇ ਪਵਨ ਹਵਾ ਹੈ, ਔਰ ਨਾ ਹੀ ਫੁਨ ਪੁਨਾ, ਨਾ ਹੀ ਉੱਥੇ ਪਾਵਕ ਅਗ ਹੈ। ਇਹ ਜਿਹੜੀ ਅਵਸਥਾ ਐਸੀ ਕਥਨ ਕੀਤੀ ਹੈ, ਸਤਿਗੁਰ ਤਹਾ ਸਮਾਹੀ। ਤੇ ਉੱਥੇ ਭਾਈ ਸਤਿਗੁਰੂ ਤਾਂ ਉੱਥੇ ਸਮਾਇਆ ਹੋਇਆ ਹੈ। ਤੁਸੀਂ ਪੁੱਛਿਆ ਸਤਿਗੁਰੂ ਕਿੱਥੇ, ਫੇਸ ਕਰਕੇ ਫਿਰ ਕਿਹਾ ਕਿ ਜੋ ਪ੍ਰਮਾਣ ਦਿੱਤਾ ਹੈ, ਨਹਿ ਸਿਵ ਸ਼ਕਤੀ ਜਲ ਨਹੀਂ ਪਵਨਾ, ਤੈ ਆਕਾਰ ਨਹੀਂ ਮੇਦਨੀ। ਸਤਿਗੁਰੂ ਜੋ ਕਾ ਤਹਾਂ ਨਿਵਾਸਾ, ਜੈ ਅਵਗਤ ਨਾਥ ਅਗਮ ਤਨੀ। ਇਹ ਹੈ ਸਤਿਗੁਰੂ ਦੇ ਵਾਸੇ ਵਾਲੀ ਜਗ੍ਹਾ, ਤੇ ਉਹਦੇ ਵਿੱਚ ਸਮਾਏ ਹੋਏ ਨੇ ਸਤਿਗੁਰੂ। ਤੇ ਇਸੇ ਪ੍ਰਕਾਰ ਜੇ ਜਲ ਨਹੀਂ ਪਵਨ ਪਾਵਕ ਫੁਨ ਨਾਹੀ। ਜਲ ਜਲਨਤਾ ਈਰਖਾ ਆਦਿ ਉੱਥੇ ਨਹੀਂ ਹੈ, ਪਵਨ ਵਾਸ਼ਨਾ ਵੀ ਉੱਥੇ ਨਹੀਂ ਹੈ, ਕ੍ਰੋਧ ਰੂਪੀ ਤ੍ਰਿਸ਼ਨਾ ਰੂਪੀ ਪਾਵਕ ਅੱਗ ਉੱਥੇ ਨਹੀਂ ਹੈ, ਇਹ ਉੱਥੇ ਨਹੀਂ ਹਨ। ਤੇ ਇਸ ਕਰਕੇ ਜਿੱਥੇ ਸਤਿਗੁਰ ਤਹਾ ਸਮਾਹੀ, ਜਿੱਥੇ ਸਤਿਗੁਰੂ ਜੀ ਸਮਾਏ ਹੋਏ ਹਨ, ਇਸ ਕਰਕੇ ਦੁਬਾਰੇ ਫਿਰ ਬੋਲੋ ਜੀ, ਜਲ ਨਹੀਂ ਪਵਨ ਪਾਵਕ ਫੁਨ ਨਾਹੀ। ਉੱਥੇ ਪਦਾਰਥਾਂ ਰੂਪੀ ਜਲ ਪਾਣੀ ਜੋ ਮਨ ਨੂੰ ਮੋਹ ਪਾ ਕੇ ਸਿੱਲਾ ਕਰਨ ਵਾਲਾ ਹੈ, ਉੱਥੇ ਨਹੀਂ ਹੈ। ਕਿਸੇ ਪ੍ਰਕਾਰ ਦਾ ਵੀ ਉੱਥੇ ਪਵਨ ਦੀ ਨਿਆਈ ਚੰਚਲਤਾਈ ਵੀ ਨਹੀਂ ਹੈ। ਉੱਥੇ ਕਾਲ ਰੂਪੀ ਪਾਵਕ ਅੱਗ ਵੀ ਨਹੀਂ ਹੈ ਉੱਥੇ। ਤੇ ਇਸ ਕਰਕੇ ਐਸੇ ਸਤਿਗੁਰੂ ਮਹਾਰਾਜ ਸਾਹਿਬ ਜੀ ਹੈ। ਤੇ ਜਾਂ ਫਿਰ ਜਲ ਨਹੀਂ ਪਵਨ ਪਾਵਕ ਫੁਨ ਨਾਹੀ। ਤੇ ਗੁਰੂ ਸਾਹਿਬ ਜੀ ਦੀ ਜਲ ਦੀ ਨਿਆਈ ਸਤੋਗੁਣੀ ਵੀ ਨਹੀਂ, ਗੁਰੂ ਸਾਹਿਬ ਪਵਨ ਦੀ ਨਿਆਈ ਰਜੋਗੁਣੀ ਵੀ ਨਹੀਂ ਹਨ, ਪਾਵਕ ਦੀ ਨਿਆਈ ਤਮੋਗੁਣੀ ਵੀ ਨਹੀਂ ਹਨ। ਤਿੰਨਾਂ ਗੁਣਾਂ ਤੋਂ ਅਤੀ ਸਰੂਪ ਹੈ ਸਤਿਗੁਰ ਤਹਾ ਸਮਾਹੀ। ਤੇ ਇਉਂ ਤਿੰਨਾਂ ਗੁਣ ਤੇ ਅਤੀ ਸਰੂਪ ਵਿੱਚ ਅਭੇਦ ਹਨ। ਸਿੱਖ ਨੂੰ ਵੀ ਉਸੇ ਸਮਾਹੀ ਅਭੇਦ ਕਰ ਦਿੰਦੇ ਹਨ ਜੀ। ਅਗਮ ਅਗੋਚਰ ਰਹਿ ਨਿਰੰਤਰ। ਜੋ ਅਗਮ ਮਨ ਦੀ ਗਮਤਾ ਤੋਂ ਪਰੇ ਤੇ ਅਗੋਚਰ ਇੰਦਰੀਆਂ ਦੀ ਪਕੜ ਤੋਂ ਪਰੇ ਹੈ, ਤੇ ਨਿਰੰਤਰ ਕੀ ਇੱਕ ਰਸ, ਐਸਾ ਜਿਹੜਾ ਇੱਕ ਰਸ ਰਹਿੰਦਾ ਹੈ। ਗੁਰ ਕਿਰਪਾ ਤੇ ਲਹੀਐ। ਐਸਾ ਸਰੂਪ ਗੁਰੂ ਦੀ ਬਖਸ਼ਿਸ਼ ਕਰਕੇ ਹੀ, ਗੁਰ ਸਤਿਗੁਰਾਂ ਦੀ ਕਿਰਪਾ ਦਇਆ ਦ੍ਰਿਸ਼ਟੀ ਤੋਂ ਹੀ ਇਹ ਸਰੂਪ ਨੂੰ ਲਹੀਐ। ਸਿੱਖ ਤਾਂ ਪ੍ਰਾਪਤ ਕਰ ਸਕਦਾ ਹੈ, ਜਾਣ ਸਕਦਾ ਹੈ, ਜਾਣੀਦਾ ਹੈ। ਕਹੋ ਕਬੀਰ ਬਲ ਜਾਓ ਗੁਰ ਆਪਣੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਮੈਂ ਆਪਣੇ ਗੁਰੂ ਤੋਂ ਰਾਮਾਨੰਦ ਤੋਂ ਜਾਂ ਆਪਣੇ ਗੁਰੂ ਨਾਨਕ ਤੋਂ ਮੈਂ ਬਲ ਬਰਿਹਾਰ ਕੁਰਬਾਨ ਜਾਂਦਾ ਹਾਂ ਜੀ। ਸਤ ਸੰਗਤ ਮਿਲ ਰਹੀ ਹੈ। ਉਹਨਾਂ ਦੀ ਸਤ ਸੰਗਤ ਦੇ ਵਿੱਚ ਮਿਲ ਕਰਕੇ ਰਹਿਣਾ ਚਾਹੀਦਾ ਹੈ। ਗੌੜੀ ਰਾਗ ਦੇ ਅੰਦਰ ਇਹ ਭਗਤ ਕਬੀਰ ਸਾਹਿਬ ਜੀ ਇਹ ਸ਼ਬਦ ਸਾਸ ਜੀ ਇੱਕ ਵਾਰੀ
ਕਬੀਰ ਸਾਹਿਬ ਜੀ ਦੇ ਪਾਸ ਸੰਗਤਾਂ ਦਾ ਇਕੱਠ ਵੇਖ ਕੇ ਲੰਗਰ ਚੱਲਦੇ ਸੀ, ਸੰਗਤਾਂ ਦੀ ਆਵਾਜਾਈ ਹੈ। ਕਬੀਰ ਸਾਹਿਬ ਜੀ ਉਹਨਾਂ ਦਾ ਇੱਕ ਪ੍ਰੇਮੀ ਜਿਹੜਾ ਸੀ, ਲੰਗਰ ਉਪਰ ਵੀ ਬਹੁਤ ਖਰਚ ਹੋ ਰਿਹਾ ਹੈ, ਉਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਬੜੀ ਗਰੀਬੀ 'ਚ ਰਹਿੰਦੇ ਨੇ ਕਬੀਰ ਸਾਹਿਬ। ਉਹ ਕਹਿੰਦੇ ਕਬੀਰ ਸਾਹਿਬ ਜੀ ਤੁਸੀਂ ਕਿਰਪਾ ਕਰੋ, ਮੈਂ ਤੁਹਾਨੂੰ ਆਮਦਨ ਦਾ ਸਾਧਨ ਬਣਾ ਦਿੰਦਾ। ਕਹਿੰਦੇ ਕਿਵੇਂ? ਕਹਿੰਦੇ ਬਲਦ ਲੈ ਕੇ, ਕਿਉਂਕਿ ਮੈਂ ਬਲਦਾਂ ਦਾ ਵਪਾਰ ਕਰਦਾ, ਉਹ ਟਾਂਡਾ ਕਹਿੰਦੇ ਬਹੁਤੇ ਬਲਦਾਂ ਨੂੰ ਮੈਂ ਵਪਾਰ ਕਰਨ ਜਾਂਦਾ, ਜੇ ਤੁਸੀਂ ਆਗਿਆ ਦੇਵੋ ਮੈਂ ਉਹਦੇ ਵਿੱਚ ਇੱਕ ਬਲਦ ਤੁਹਾਡਾ ਖਰੀਦ ਕੇ ਪਾ ਦਿੰਦਾ। ਜਿਵੇਂ ਕੋਈ ਵੱਡਾ ਸਰਦਾਰ ਟਰੱਕਾਂ ਵਾਲਾ ਜਾਂ ਹੋਰ ਕਹਿੰਦੇ ਵੀ ਇੱਕ ਗੱਡੀ ਮੈਂ ਆਪਣੇ ਰਿਸ਼ਤੇਦਾਰ ਦੀ ਪਾਤੀ ਵੀ ਚੱਲ ਤੈਨੂੰ ਆਮਦਨ ਬਣ ਜਾਊ, ਗਰੀਬ ਹੈ ਵੀ ਇੱਕ, ਉਦੋਂ ਇਹ ਸਾਧਨ ਸੀ। ਕਹਿੰਦੇ ਤੈਨੂੰ ਇੱਕ ਬਲਦ ਲੈ ਕੇ ਮੈਂ ਪਾ ਦਿੰਦਾ, ਤੈਨੂੰ ਕੋਈ ਖਰਚ ਨਹੀਂ, ਉਹਦੀ ਆਮਦਨ ਬਣ ਜਾਊ ਤੈਨੂੰ, ਉਹ ਪੂੰਜੀ ਲੰਗਰ ਵਿੱਚ ਲਾ ਜਾ ਕਰੀ, ਤੁਹਾਡਾ ਲੰਗਰ ਸੋਹਣਾ ਚੱਲਦਾ ਰਹੂਗਾ, ਆਏ ਗਏ ਸੰਤ ਭੁੱਖੇ ਨਹੀਂ ਰਹਿਣਗੇ, ਕਈ ਵਾਰੀ ਤੁਹਾਨੂੰ ਬੜੀ ਤੰਗੀ ਆਉਂਦੀ ਹੈ। ਭਗਤ ਕਬੀਰ ਸਾਹਿਬ ਜੀ ਸੁਣ ਕੇ ਕਹਿੰਦੇ ਭਾਈ ਅਸੀਂ ਤਾਂ ਪਹਿਲਾਂ ਹੀ ਵਣਜ ਕੀਤਾ ਹੋਇਆ। ਕਹਿੰਦੇ ਜੀ ਬਲਦ, ਕਹਿੰਦੇ ਬਲਦ ਖਰੀਦਿਆ ਹੋਇਆ ਸਾਡਾ ਪਹਿਲਾਂ ਹੀ, ਇਹ ਦਿਸਦਾ ਤਾਂ ਹੈ ਨਹੀਂ। ਕਹਿੰਦੇ ਆ ਫਿਰ ਤੈਨੂੰ ਦਸੀਏ ਵੀ ਬਲਦ ਕਿਹੜਾ ਹੈ, ਵਣਜ ਕਿਹੜਾ ਹੈ। ਅੰਤਰੀ ਭਾਵ ਦੇ ਵਿੱਚ ਫਿਰ ਉਸ ਨੂੰ ਉਹ ਪ੍ਰੇਮੀ ਦੇ ਕਹਿਣ ਤੋਂ ਉਪਦੇਸ਼ ਦਿੰਦੇ ਹਨ ਵੀ ਮੇਰੇ ਕੋਲ ਬੈਲ ਕਿਹੜੇ ਹਨ। ਪਾਪ ਪੁੰਨ ਦੋਏ ਬੈਲ ਵਿਸਾਹੇ। ਕਹਿੰਦੇ ਭਾਈ ਜਿਹੜਾ ਪਾਪ ਭੈੜਾ ਕਰਮ ਜਿਹੜਾ ਹੈ, ਦੁਸ਼ਟ ਕਰਮ ਹੈ, ਅਤੇ ਦੂਸਰਾ ਪੁੰਨ ਚੰਗਾ ਕਰਮ, ਇਹ ਜਿਹੜਾ ਕਰਨਾ ਹੈ ਇਹ ਦੋ ਤਰ੍ਹਾਂ ਦੇ ਦੋਵਾਂ ਕਰਕੇ ਸਾਰਿਆਂ ਜੀਵਾਂ ਨੇ ਜਿਹੜੇ ਸਰੀਰ ਰੂਪੀ ਬੈਲ ਬਲਦ ਇਹ ਵਿਸਾਹੇ ਖਰੀਦੇ ਹੋਏ ਨੇ, ਇਹ ਤਾਂ ਸਾਰਿਆਂ ਨੇ ਖਰੀਦੇ ਹੋਏ ਨੇ ਪਹਿਲਾਂ ਹੀ। ਭਾਵ ਕੀ ਹੈ ਵੀ ਪਾਪਾਂ ਪੁੰਨਾਂ ਕਰਕੇ ਹੀ ਜੂਨਾਂ ਦੀ ਪ੍ਰਾਪਤੀ ਹੁੰਦੀ ਹੈ। ਜੇਕਰ ਪੁੰਨ ਥੋੜੇ ਹੋਣ, ਪਾਪ ਜ਼ਿਆਦੇ ਹੋ ਜਾਣ ਤਾਂ ਪਸ਼ੂਆਂ ਦੀ ਜੂਨ, ਤ੍ਰਿਗਤ ਜੂਨਾਂ, ਕੀੜਿਆਂ ਮਕੌੜੀਆਂ ਦੀਆਂ ਜੂਨਾਂ, ਉਹਨਾਂ 'ਚ ਜੀਵ ਚਲਿਆ ਜਾਂਦਾ। ਜੇ ਪੁੰਨ ਜ਼ਿਆਦੇ ਹੋਣ, ਪਾਪ ਥੋੜੇ ਹੋਣ, ਫਿਰ ਦੇਵਦੇਹੀ ਪ੍ਰਾਪਤ ਹੁੰਦੀ ਹੈ, ਸਵਰਗ ਦੇ ਸੁਖ ਭੋਗਦਾ, ਆਨੰਦ ਮਾਣਦਾ ਹੈ। ਫਿਰ ਉੱਥੋਂ ਜਿਵੇਂ ਪਹਾੜ ਤੋਂ ਪੱਥਰ ਰੋੜਿਆ ਜਾਂਦਾ ਐਂ ਫਿਰ ਮਾਤਲੋਕ ਨੂੰ ਰੋੜ ਦਿੰਦੇ ਆ। ਜੇ ਪਾਪ ਤੇ ਪੁੰਨ ਦੋਨੇ ਮਿਸ਼ਰਤ ਇਹ ਸਾਂਝੇ ਹੋ ਜਾਣ ਤੇ ਬਰਾਬਰ ਹੋ ਜਾਣ, ਪਲੜਾ ਇੱਕੋ ਜਿਹਾ ਬਰਾਬਰ ਹੋ ਜਾਵੇ, ਤੱਕੜੀ ਦੇ ਪਲੜੇ ਬਰਾਬਰ ਹੋ ਜਾਂਦੇ ਨੇ, ਫਿਰ ਉਸੇ ਪ੍ਰਮਾਤਮਾ ਦਾ ਇਹ ਵਿਧਾਨ ਵੀ ਲੈ ਵੀ ਤੇਰਾ ਪਲੜਾ ਹੁਣ ਬਰਾਬਰ ਹੋ ਗਿਆ, ਹੁਣ ਤੈਨੂੰ ਮਨੁੱਖਾ ਸਰੀਰ ਦੇਣੇ ਆ, ਹੁਣ ਤੇਰੀ ਮਰਜ਼ੀ ਵੀ ਕਿਹੜੇ ਪਲੜੇ 'ਚ ਕੀ ਪਾਉਣਾ, ਪਾਪਾਂ ਵਾਲਾ ਪਲੜਾ ਭਾਰੀ ਕਰਨਾ ਜਾਂ ਪੁੰਨਾਂ ਵਾਲਾ। ਜੇ ਮੁਕਤ ਹੋਣਾ ਤਾਂ ਫਿਰ ਦੋਨਾਂ ਤੋਂ ਪਰੇ ਹੋਣਾ ਪਊਗਾ। ਇਸ ਕਰਕੇ ਪਾਪ ਪੁੰਨ ਦੋ ਬੈਲ ਵਿਸਾਹੇ ਇਹ ਖਰੀਦੇ ਹੋਏ ਨੇ। ਇਸ ਕਰਕੇ ਸ਼ੁਭ ਅਸ਼ੁਭ ਪਦਾਰਥਾਂ ਨੂੰ ਖਰੀਦਣ ਵਾਸਤੇ ਪਵਨ ਪੂਜੀ ਪ੍ਰਗਾਸਿਓ। ਇਹ ਫਿਰ ਸ਼ੁਭ ਅਸ਼ੁਭ ਪਦਾਰਥਾਂ ਨੂੰ ਖਰੀਦਣ ਵਾਸਤੇ ਪਵਨ ਸਵਾਸਾਂ ਰੂਪੀ ਇਹ ਜਿਹੜੀ ਪੂੰਜੀ ਹੈ, ਰਾਸ ਹੈ ਸਾਡੇ ਕੋਲ। ਪੂਜੀ ਦਾ ਅਰਥ ਰਾਸੀ ਹੈ, ਪੂੰਜੀ ਦਾ ਅਰਥ ਵੀ ਉਹੀ ਹੈ ਜਿਵੇਂ ਅੱਖਰ ਲਿਖੇ ਨੇ, ਉਚਾਰਨ ਉਵੇਂ ਹੀ ਕਰਨੇ ਹੁੰਦੇ ਆ। ਇਹ ਸਾਡੇ ਕੋਲ ਰਾਸੀ ਹੈ, ਸਾਰਿਆਂ ਦੇ ਪਾਸ ਪ੍ਰਗਾਸਿਓ ਪ੍ਰਗਟ ਹੈ, ਤੁਹਾਡੇ ਕੋਲ ਵੀ ਹੈ ਭਾਈ, ਸਾਰਿਆਂ ਦੇ ਕੋਲ। ਸਰੀਰਾਂ ਨੂੰ ਚਲਾਉਣ ਵਾਲੀ ਸਵਾਸਾਂ ਰੂਪੀ ਪੂੰਜੀ ਦਾ ਅੰਦਰ ਪ੍ਰਗਾਸਿਓ ਪ੍ਰਕਾਸ਼ ਹੋ ਰਿਹਾ ਹੈ। ਤ੍ਰਿਸ਼ਨਾ ਗੁਣ ਭਰੀ ਘਟ ਭੀਤਰ। ਸਾਰਿਆਂ ਜੀਵਾਂ ਨੂੰ ਕਹਿੰਦੇ ਇਹ ਜਿਹੜਾ ਤ੍ਰਿਸ਼ਨਾ ਰੂਪੀ ਗੁਣ ਜਿਹੜੀ ਹੈ ਨਾ, ਘਟ ਨਾਮ ਸਰੀਰ ਦਾ ਸਮਝਣਾ, ਸਾਰਿਆਂ ਜੀਵਾਂ ਦੇ ਘਟ ਸਰੀਰ ਰੂਪੀ ਗੁਣ ਬੋਰੀ, ਉਹ ਜਿਹੜੀ ਨਾ ਬਲਦਾਂ ਦੇ ਉੱਤੇ ਵੀ ਲੱਗਦੇ, ਖੋਤਿਆਂ ਦੇ ਉੱਤੇ, ਇਹਨੂੰ ਪਲਾਨ ਕਹਿੰਦੇ ਆ। ਜਿਵੇਂ ਘੋੜੇ ਤੇ ਕਾਠੀ ਪਾਈ ਹੁੰਦੀ ਹੈ ਉਹ ਤਾਂ ਚੜ੍ਹਨ ਵਾਸਤੇ ਹੈ, ਖੋਤੇ ਦੇ ਉੱਤੇ ਜਿਹੜਾ ਪਲਾਨ ਪਾਇਆ ਜਾਂਦਾ ਉਹਦੇ ਦੋ ਪਾਸੇ ਜਗ੍ਹਾ ਹੁੰਦੀ ਹੈ ਵਸਤੂ ਪਾਉਣ ਨੂੰ। ਉਹ ਫਿਰ ਜਿਹੜੀ ਪਿੱਠ ਹੈ ਨਾ, ਉਹ ਪਿੱਠ ਉਹਨੂੰ ਦੋਨੇ ਪਾਸੇ ਦੇ ਵਜਨ ਨੂੰ ਝੱਕ ਕੇ ਰਹਿੰਦੇ, ਫਿਰ ਦੋਨਾਂ ਪਾਸੇ ਵਜਨ ਦੋਨਾਂ ਪਾਸੇ ਪਾਉਂਦੇ, ਕਿਤੇ ਗੂਣ ਡਿੱਗ ਨਾ ਜਾਵੇ, ਰੱਸੀਆਂ ਨਾਲ ਬੰਨ ਵੀ ਦਿੰਦੇ ਆ। ਤੋ ਇਸ ਪ੍ਰਕਾਰ ਕਹਿੰਦੇ ਤ੍ਰਿਸ਼ਨਾ ਰੂਪੀ ਗੁਣ ਜਿਹੜੀ ਸੀ, ਬੋਰਾ ਜਿਹੜਾ ਭਰਿਆ ਹੋਇਆ ਤ੍ਰਿਸ਼ਨਾ ਤੇ ਜਿਹੜੀ ਇੱਛਾ ਸੀ ਪਦਾਰਥਾਂ ਦੀ ਜਿਹੜੀ ਬਹੁਤ ਸਾਰੀ, ਇਹ ਵਸਤੂ ਭਰੀ ਲੱਦੀ ਹੋਈ ਹੈ। ਤ੍ਰਿਸ਼ਨਾ ਗੁਣ ਭਰੀ ਘਟ ਭੀਤਰ, ਇਹ ਲੱਦੀ ਹੋਈ ਹੈ ਜੀਵ ਦੇ ਕੋਲ। ਇਨ ਬਿਦ ਟਾਂਡ ਵਿਸਾਹਿਓ। ਇਨ ਇਸ ਵਿਦ ਤਰੀਕੇ ਦੇ ਨਾਲ, ਢੰਗ ਦੇ ਨਾਲ, ਸੂਖਮ ਸਥੂਲ ਦੇਹਾਂ ਰੂਪੀ ਟਾਂਡ ਬੈਲਾਂ ਦੇ ਸਮੁਦਾਇ ਨੂੰ ਵਿਸਾਹਿਓ ਖਰੀਦਿਆ ਹੋਇਆ ਹੈ ਸਾਰਿਆਂ ਜੀਵਾਂ ਨੇ। ਐਸਾ ਨਾਇਕ ਰਾਮ ਹਮਾਰਾ। ਇਹ ਭਾਈ ਐਸਾ ਅਜਿਹਾ ਨਾਇਕ, ਪ੍ਰੇਰਕ, ਮਾਲਕ ਸਾਡਾ
ਤੇ ਉਹ ਪਰਮੇਸ਼ਰ ਹੈ, ਪਰਮ ਈਸ਼ਵਰ ਹੈ। ਸਗਲ ਸੰਸਾਰ ਕੀਓ ਬਨਜਾਰਾ, ਜਿਸ ਨੇ ਸਗਲ ਸਾਰੇ ਸੰਸਾਰ ਨੂੰ, ਜਗਤ ਨੂੰ ਬਣਜਾਰਾ, ਵਪਾਰ ਕਰਨ ਵਾਲਾ, ਪਾਪਾਂ ਪੁੰਨਾਂ ਦੇ ਵਿਹਾਜਣ ਵਾਲਾ ਇਹ ਕਰ ਦਿੱਤਾ ਹੈ। ਸਾਰੇ ਲੋਕ ਇਹ ਵਪਾਰੀ ਹਨ। ਰਹਾਉ ਅਸਾਈ ਦੇ ਕੇ ਫਰਮਾਉਂਦੇ ਆ, ਕਾਮ ਕ੍ਰੋਧ ਦੋਏ ਭਏ ਜਗਾਤੀ। ਇਹ ਜੀਵ ਤੇ ਜੀਵ ਦੇ ਵਿਧਨ ਖੇਦ ਸਕਾਮ ਕਰਮ ਕੀਤੇ ਹੋਏ ਨੇ ਕਾਮਨਾ ਦੇ ਸਹਿਤ। ਉਹਨਾਂ ਦੀ ਮਸੂਲੀ ਜਿਹੜੀ ਹੈ, ਮਸੂਲੀ ਲੈਣ ਵਾਸਤੇ ਕਾਮ ਵਿਕਾਰ ਦ੍ਰਿਸ਼ਟੀ ਜਿਹੜੀ ਹੈ, ਕਾਮ ਕੀ ਹੈ? ਵਿਕਾਰ ਦ੍ਰਿਸ਼ਟੀ। ਕ੍ਰੋਧ ਤੀਖਣ ਬਿਰਤੀ, ਅੰਤਿਸ਼ ਕਰਨ ਦੀ, ਗੁੱਸਾ। ਇਹ ਦੋਵੇਂ ਜਗਾਤੀ ਮਸੂਲੀਏ ਪਏ ਹੋਏ ਨੇ। ਇਹ ਮਸੂਲ ਲਾਉਂਦੇ ਹਨ। ਮਨ ਤਰੰਗ ਵਟਵਾਰਾ, ਇਹ ਮਨ ਜਿਹੜਾ ਹੈ ਅੰਤਹਿਕਰਨ ਦੇ ਵਿੱਚ ਜੋ ਅਨੇਕ ਤਰੰਗ ਜਿਹੜੇ ਫੁਰਨੇ ਫੁਰਦੇ ਆ, ਲਹਿਰਾਂ ਨੇ, ਇਹ ਕੀ ਨੇ? ਬਟਵਾਰਾ। ਇਹ ਰਾਹ ਮਾਰ ਹਨ ਜਿਹੜੇ ਲੁੱਟਦੇ ਹਨ ਰਸਤੇ 'ਚ। ਪੰਜ ਤਤ ਮਿਲ ਦਾਨ ਨਿਵੇਰ ਹੈ। ਇਹ ਭਾਈ ਜਿਨ੍ਹਾਂ ਨੇ ਪੰਜ ਸੰਤ ਜਨ ਜਿਹੜੇ ਮਹਾਤਮਾ ਜਨਾਂ ਨਾਲ ਮਿਲ ਮਿਲ ਕਰਕੇ ਤਤ ਸਿਧਾਂਤ ਰੂਪ ਨੂੰ, ਸਿਧਾਂਤ ਰੂਪ ਪਰਮੇਸ਼ਰ ਨੂੰ ਜਾਣ ਲਿਆ ਹੈ ਜਿਨ੍ਹਾਂ ਨੇ, ਤੇ ਉਹਨਾਂ ਨੇ ਫਿਰ ਦਾਨ ਨਿਵੇਰ ਹੈ। ਉਹਨਾਂ ਨੇ ਇਹ ਦਾਨ, ਜਿਹੜੇ ਦਾਨ ਦਾ ਅਰਥ ਦੰਡ ਹੈ, ਦੰਡ ਤੋਂ ਦਾਨ ਹੈ ਇੱਥੇ। ਉਹਨਾਂ ਨੇ ਦੰਡ ਜਿਹੜਾ ਨਾ, ਰਾਜ ਦੰਡ, ਲੋਕ ਦੰਡ, ਪਿਤਰ ਦੰਡ, ਇਹ ਤਾਂ ਫਿਰ ਨਿਵੇੜ ਹੈ, ਨਿਵੇੜ ਹੀ ਦਿੱਤਾ ਹੈ। ਉਹਨਾਂ ਨੂੰ ਫਿਰ ਇਹ ਦੰਡ ਨਹੀਂ ਲੱਗਦਾ ਹੈ। ਜਿਨ੍ਹਾਂ ਨੇ ਪਰਮੇਸ਼ਰ ਦੇ ਚਰਨ ਫੜ ਲਏ ਨੇ, ਉਹਨਾਂ ਨੂੰ ਇਹ ਦੰਡ ਨਹੀਂ ਲੱਗਦਾ ਹੈ। ਦੂਸਰਿਆਂ ਨੂੰ ਲੱਗਦਾ ਹੈ, ਉਹਨਾਂ ਦਾ ਦੰਡ ਨਿਬੜਦਾ ਜਿਹੜੇ ਰੱਬ ਦੀ ਸ਼ਰਨ ਵਿੱਚ ਆ ਜਾਣ। ਟਾਂਡਾ ਉਤਰਿਓ ਪਾਰਾ, ਦੇਹ ਰੂਪੀ ਟਾਂਡਾ ਬੈਲਾਂ ਦਾ ਸਮੁਦਾਇ ਸੰਸਾਰ ਸਮੁੰਦਰ ਤੋਂ ਪਾਰ ਉਤਰਿਓ, ਉਤਰ ਗਿਆ ਹੈ। ਸਾਡੇ ਵਾਲਾ ਤਾਂ ਭਾਈ ਟਾਂਡਾ ਉਤਰ ਗਿਆ ਪਾਰ, ਤੁਸੀਂ ਆਪਣੇ ਵਾਲੇ ਦੀ ਕਹਿੰਦੇ ਫਿਕਰ ਕਰੋ। ਕਬੀਰ ਸਾਹਿਬ ਕਹਿੰਦੇ, ਅੱਗੇ ਦੱਸਦੇ ਹਨ, ਕਹਿਤ ਕਬੀਰ ਸੁਨੋ ਰੇ ਸੰਤੋ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ, ਹੇ ਸੰਤੋ ਭਗਤੋ, ਕਹਿੰਦੇ ਸੰਤ ਜਨੋ ਸੁਣੋ, ਸੁਣਨਾ ਕਰੋ ਤੁਸੀਂ। ਅਬ ਐਸੀ ਬਨ ਆਈ, ਅਬ ਹੁਣ ਇਹੋ ਜੀ ਅਜਿਹੀ ਸਾਡੀ ਪ੍ਰੀਤੀ ਰੱਬ ਦੇ ਨਾਲ ਬਣ ਆਈ ਹੈ। ਘਾਟੀ ਚੜਤ ਵੈਲ ਇੱਕ ਥਾਕਾ, ਪਰਲੋਕ ਦੀ ਘਾਟੀ ਪਹਾੜੀ ਰਸਤਾ ਚੜ੍ਹਤ ਚੜ੍ਹਦਾ ਹੋਇਆ ਇਹ ਇੱਕ ਸਰੀਰ ਰੂਪੀ ਬੈਲ ਬਲਦ ਹੁਣ ਤਾਂ ਥੱਕ ਗਿਆ ਹੈ। ਇਸ ਕਰਕੇ ਫਿਰ ਹੁਣ ਚਲੋ ਗੋਨ ਛਟਕਾਈ, ਇਸ ਕਰਕੇ ਹੁਣ ਤ੍ਰਿਸ਼ਨਾ ਰੂਪੀ ਗੋਨ ਜਿਹੜਾ ਬੋਰਾ ਸੀ ਲੱਦਿਆ ਹੋਇਆ, ਇਹ ਤਾਂ ਫਿਰ ਛੁਟਕ ਗਿਆ। ਹੁਣ ਛਟਕਾ ਦਿੱਤਾ ਹੈ ਗੁਰੂ ਨੇ, ਛਡਾ ਦਿੱਤਾ ਹੈ। ਤੇ ਚਲੋ ਚੱਲਣਾ ਕਰੋ, ਤਾਂ ਹੀ ਉੱਥੇ ਪਹੁੰਚੋਗੇ। ਤ੍ਰਿਸ਼ਨਾ ਰੂਪੀ ਗੂਣ ਤਾਂ ਛੱਡ ਦਿਓ। ਕਹਿੰਦੇ ਐਂ ਤਾਂ ਚੜ੍ਹ ਨਹੀਂ ਹੋਣਾ, ਪਹਾੜੀ ਦਾ ਰਸਤਾ ਹੈ, ਪਾਪਾਂ ਦਾ ਰਸਤਾ ਹੈ। ਤੇ ਇਸ ਕਰਕੇ ਪਾਪ ਵਿਕਾਰ ਜਿਹੜਾ, ਇਹ ਵੀ ਪੱਥਰ ਨਾ, ਇਹ ਗਲਾਂ ਨੂੰ ਬੰਨ੍ਹ ਕੇ ਕਦੇ ਸਮੁੰਦਰ ਨਹੀਂ ਪਾਰ ਹੁੰਦੇ। ਇਸੇ ਪ੍ਰਕਾਰ ਜੀ ਦੁਬਾਰੇ ਅਰਥ ਵਿੱਚ ਦੱਸਦੇ ਨੇ, ਪਾਪ ਪੁੰਨ ਦੋਏ ਬੈਲ ਵਿਸਾਹੇ। ਪਾਪ ਤੇ ਪੁੰਨ ਦੋਏ ਦੋਵਾਂ ਕਰਕੇ ਜੋ ਦੇਹਾਂ ਰੂਪੀ ਬੈਲ ਬਲਦ ਖਰੀਦੇ ਹਨ। ਪਵਨ ਪੂਜੀ ਪਰਗਾਸਿਓ, ਤੇ ਜਾਂ ਫਿਰ ਇਹਨੇ ਜਿਹੜੇ ਬਲਦ, ਦੁਬਾਰੇ ਬੋਲੋ ਜੀ, ਇਹੀ ਪਾਪ ਪੁੰਨ ਦੋਏ ਬੈਲ ਵਿਸਾਹੇ। ਪਾਪ ਤੇ ਪੁੰਨ ਦੋਏ ਦੋਵਾਂ ਕਰਕੇ ਇਹ ਦੇਹਾਂ ਰੂਪੀ ਬੈਲ ਬਲਦ ਖਰੀਦੇ ਨੇ। ਇਹ ਬੇਸਾਹੇ, ਬੇਸਾਹੇ ਕੀ ਬਣਿਆ? ਕਹਿੰਦੇ ਇਹ ਬਿਨਾ ਸਾਸਾਂ ਤੋਂ ਨੂੰ ਝਾਟੀ ਮ੍ਰਿਤੂ ਹੋ ਜਾਂਦੇ ਨੇ। ਹਮ ਆਦਮੀ ਹੈ ਇੱਕਦਮੀ ਮੋਹਲਤ ਨਾ ਜਾਣਾ। ਸਾਹ ਬਾਹਰ ਨੂੰ ਗਿਆ, ਪਤਾ ਨਹੀਂ ਮੁੜੇ ਨਾ ਜਾਂ ਨਾ ਮੁੜੇ। ਇਹਨਾਂ ਦਾ ਵਿਸਾਹ ਕੋਈ ਨਹੀਂ, ਬੇਸਾਹੇ ਨਾ, ਵਿਸਾਹ ਨਹੀਂ ਹੈ ਇਹਨਾਂ ਦਾ ਕੋਈ। ਜਾਂ ਬਿਨਾਂ ਸਾਸਾਂ ਤੋਂ ਮ੍ਰਿਤੂ, ਉਸ ਵੇਲੇ ਦੇਹ ਪਈ ਰਹਿੰਦੀ ਹੈ, ਝਾਟੀ ਮ੍ਰਿਤੂ ਹੋ ਜਾਂਦੀ ਹੈ। ਜੀਵੀਰ ਤਾਂ ਜੀਵ ਜਿਹੜਾ ਐਵੇਂ ਹੰਕਾਰ ਕਰਦਾ ਹੈ। ਪਵ ਪੂਜੀ ਪਰਗਾਸਿਓ, ਇਹ ਜੀਵ ਹੰਕਾਰ ਰੂਪੀ ਪੂਜੀ ਰਾਸੀ ਪਵਨ ਪਾਉਣ ਦੇ ਨਾਲ, ਤੇ ਇਹਦੇ ਨਾਲ ਇਹ ਤ੍ਰਿਸ਼ਨਾ ਰੂਪੀ ਪਾਉਣ ਹੈ, ਇਹਦੇ ਚ ਪ੍ਰਗਾਸਿਓ ਪ੍ਰਕਾਸ਼ ਰਿਹਾ, ਜਾਂ ਫਿਰ ਪਵਨ ਹਵਾ ਪ੍ਰਾਣ ਵਾਯੂ ਦੇ ਨਾਲ ਪ੍ਰਕਾਸ਼ ਰਿਹਾ। ਬਹੁਤਾ ਜ਼ਿਆਦਾ ਸਰੀਰ ਦਾ ਮਾਣ ਕਰਦਾ, ਪਰ ਇਹਦੇ ਚ ਹਵਾ ਹੀ ਹੈ, ਨਿਕਲ ਜਾਂਦੀ ਹੈ ਵਿੱਚੋਂ। ਤ੍ਰਿਸ਼ਨਾ ਗੁਣ ਭਰੀ ਘਟ ਭੀਤਰ, ਇਹ ਭਾਈ ਆਪਣੇ ਘਟ ਹਿਰਦੇ ਭੀਤਰ ਵਿੱਚ ਤ੍ਰਿਸ਼ਨਾ ਰੂਪੀ ਗੁਣ ਬੋਰਾ ਜਿਹੜਾ ਵਾ, ਇਹ ਭਰੀ ਹੋਈ ਹੈ ਜੀਵ ਨੇ। ਇਨ ਵਿਦ ਟਾਂਡ ਵਿਸਾਹਿਓ, ਇਸ ਤਰੀਕੇ ਨਾਲ ਤੁਸੀਂ ਵਿਸਾਹਿਓ, ਸਾਹ ਤੋਂ ਬਿਨਾਂ ਹੋ ਜਾਣਾ ਹੈ। ਸਰੀਰ ਰੂਪੀ ਟਾਂਡਾ ਬੈਲ ਦਾ ਸਮੁਦਾਇ ਤੁਸੀਂ
ਇਹ ਖਰੀਦਣਾ ਕੀਤਾ ਹੈ। ऐसा नायक राम हमारा। ਅਸੀਂ ਤਾਂ ਹਮਾਰਾ ਸਾਡਾ ਐਸਾ ਅਜਿਹਾ ਨਾਇਕ ਸ਼੍ਰੋਮਣੀ ਰਾਮ ਪਰਮੇਸ਼ਰ, ਉਹ ਪਰਮੇਸ਼ਰ ਨੂੰ ਨਾਇਕ ਅਸੀਂ ਬਣਾਇਆ ਹੈ। सगल संसार कियो बनजारा। ਤੇ ਜਿਸ ਨੇ ਸਾਰਾ ਸੰਸਾਰ ਜਗਤ ਜਿਹੜਾ ਬਣਜਾਰਾ ਵਪਾਰੀਏ ਬਣਾਇਆ ਹੋਇਆ ਹੈ। रहाओ ਅਸਥਾਈ ਦੇ ਕੇ ਫਰਮਾਨ ਕਰਦੇ ਜੀ, काम क्रोध दोए भय जगाती। ਜਿਹੜੇ ਕਾਮ ਤੇ ਕ੍ਰੋਧ ਦੋਨੇ ਨੇ ਇਹ ਜਗਾਤੀ ਮਸੂਲੀਏ ਬਣਾਏ ਹੋਏ ਹਨ। मन तरंग बटबारा। ਉਹਨਾਂ ਦੇ ਮਨ ਦਾ ਤਰੰਗ ਫੁਰਨਾ ਹੀ ਬਟਵਾਰਾ ਰਾਹ ਮਾਰ ਹੈ। ਮਨ ਦੇ ਫੁਰਨੇ ਕਰਕੇ ਹੀ ਰਾਹ ਦੇ ਵਿਕਾਰਾਂ ਵਿੱਚ ਹੀ ਮਾਰੇ ਜਾਂਦੇ ਨੇ। पंच तत्व मिल दान निवीर है। ਜਿਹੜੇ ਪੰਜ ਸੰਤ ਮਹਾਤਮਾ ਜਨ ਉਹਨਾਂ ਨਾਲ ਮਿਲ ਕਰਕੇ ਤੱਤਾਂ ਦਾ ਗਿਆਨ ਪਾਉਂਦੇ ਐ ਤੇ ਉਹ ਦਾਨ ਅੱਗੇ ਦੱਸਦੇ ਨੇ। ਦਾਨ ਲੋਕਦੰਡ, ਪਿਤਰਦੰਡ, ਦੇਵਦੰਡ ਆਦਿ ਸਾਰਿਆਂ ਨੂੰ ਉਹਨਾਂ ਦਾ ਇਹ ਜਿਹੜਾ ਦੰਡਾਂ ਨੂੰ ਇਹ ਜਿੰਨੇ ਵੀ ਦੰਡ ਸਨ ਇਹ ਨਿਬੇੜ ਹੈ, ਨਿਬੇੜ ਲੈਂਦੇ ਹਨ। ਉਹਨਾਂ ਦਾ ਲੇਖਾ ਨਿਬੜਦਾ। टांडा उतरियो पारा। ਉਹਨਾਂ ਦਾ ਦੇਹ ਰੂਪੀ ਟਾਂਡਾ ਬੈਲਾਂ ਦਾ ਸਮੁਦਾਇ ਹੈ, ਉਹ ਇਉਂ ਪਾਰਾ ਪਾਰ ਉਤਰਿਆ, ਉਤਰ ਗਏ। ਭਾਵ ਕੀ ਹੈ ਵੀ ਮੁਕਤ ਹੋ ਗਏ ਹਨ। कहत कबीर सुनहो रे संतो। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਰਹੇ, ਹੇ ਸੰਤੋ ਸ਼ਾਂਤ ਆਤਮਾ ਮਹਾਤਮਾ ਜਨੋ, ਇਸ ਵਿਚਾਰ ਦੇ ਤਾਈਂ ਤੁਸੀਂ ਸੁਣੋ, ਸੁਣ ਲੈਣਾ ਕਰੋ। अब ऐसी बन आई। ਅਬ ਹੁਣ ਸਾਡੀ ਐਸੀ ਇਹੋ ਜੀ ਬਣ ਆਈ ਹੈ। घाटी चढ़त बैल इक थाका। ਗਿਆਨ ਰੂਪੀ ਘਾਟੀ ਦੇ ਚੜ੍ਹਦਿਆਂ ਹੋਇਆਂ ਸਾਡਾ ਇਹ ਸਰੀਰ ਰੂਪੀ ਬੈਲ ਬਲਦ ਹੁਣ ਵਿਸ਼ਿਆਂ ਵੱਲੋਂ ਥੱਕ ਗਿਆ। ਵਿਸ਼ਿਆਂ ਵੱਲ ਨਹੀਂ ਤੁਰਦਾ, ਹੁਣ ਥੱਕ ਗਿਆ ਹੈ। चलो गोन छिटकाई। ਹੁਣ ਤਾਂ ਅਸੀਂ ਦੇਵ ਮਹਾਨ ਰੂਪੀ ਗੋਨ ਬੋਰੇ ਨੂੰ ਨਾ ਛੱਡ ਦਿੱਤਾ ਹੈ। ਛਿਟਕਾਈ ਛੱਡ ਦਿੱਤੀ ਹੈ ਦੇਵ ਮਹਾਨ ਰੂਪੀ ਬੋਰੇ ਨੂੰ। ਸੰਤਾਂ ਨਾਲ ਮਿਲ ਕਰਕੇ ਚੱਲੇ ਹਾਂ ਪਰਲੋਕ ਨੂੰ, ਸੱਚਖੰਡ ਜਾਵਾਂਗੇ। ਇਸੇ ਪ੍ਰਕਾਰ ਜੀ पाप पुन दोए बैल बिसाहे। ਇਹਨਾਂ ਪਾਪਾਂ ਪੁੰਨਾਂ ਦੋਵਾਂ ਦੇਹਾਂ ਰੂਪੀ ਬੈਲਾਂ ਦੇ ਵਿਸਾਹੇ ਭਰੋਸੇ ਤੋਂ ਵਿਹਾਜਣ ਤੇ ਇਹਨੂੰ ਵਿਹਾਜਣ ਤੋਂ ਜਿਹੜੇ ਰਹਿਤ ਹੋ ਗਏ ਹਨ। पवन पूजी परगासियो। ਤੇ ਉਹਨਾਂ ਨੇ ਹਿਰਦੇ 'ਚ ਪਵਨ ਪਵਿੱਤਰ ਪਰਮੇਸ਼ਰ ਦੇ ਨਾਮ ਰੂਪੀ ਜਿਹੜੀ ਪੂੰਜੀ ਰਾਸੀ ਹੈ ਉਹ ਪ੍ਰਗਾਸੀ ਹੈ। ਤ੍ਰਿਸ਼ਨਾ ਗੂਣ ਭਰੀ ਘਟ ਭੀਤਰ। ਉਹਨਾਂ ਦੇ ਹਿਰਦੇ ਵਿੱਚ ਰਸਾਂ ਕਸਾਂ ਦੀ ਤ੍ਰਿਸ਼ਨਾ ਰੂਪੀ ਗੂਣ ਬੋਰੀ ਜਿਹੜੀ ਹੈ ਉਹ ਭਰੀ ਹੋਈ ਘਟ ਘਟਾ ਦਿੱਤੀ ਹੈ, ਨਾਸ ਕਰ ਦਿੱਤੀ ਹੈ। ਇਨ ਬਿਦ ਟਾਂਡ ਵਿਸਾਹਿਓ। ਇਸ ਵਿਧੀ ਜੁਗਤੀ ਦੇ ਨਾਲ ਟਾਂਡ ਵੈਲਾਂ ਦੇ ਸਮੁਦਾਇ ਦੇ ਵਿਸਾਹਿਓ ਭਰੋਸੇ ਤੋਂ ਰਹਿਤ ਹੋ ਗਏ ਹਨ। ਭਾਵ ਉਹ ਦੇਹ ਸਤ ਨਹੀਂ ਮੰਨਦੇ, ਅਸਤ ਮੰਨਦੇ ਹਨ। ਐਸਾ ਨਾਇਕ ਰਾਮ ਹਮਾਰਾ। ਉਹ ਜਾਣਦੇ ਨੇ ਕਿ ਐਸਾ ਅਜਿਹਾ ਨਾਇਕ ਸ਼੍ਰੋਮਣੀ ਪ੍ਰੇਰਕ ਈਸ਼ਵਰ ਦਾ ਰੂਪ ਗੁਰੂ ਸਾਹਿਬ ਜੀ, ਉਹ ਗੁਰੂ ਸਾਹਿਬ ਰਾਮ ਦਾ ਨਾਮ ਦੇਣ ਵਾਲਾ ਐਸਾ ਨਾਇਕ ਹਮਾਰਾ ਸਾਡਾ ਮਾਲਕ ਹੈ। ਸਗਲ ਸੰਸਾਰ ਕੀਓ ਬਨਜਾਰਾ। ਇਹ ਸੰਸਾਰ ਸਾਰਾ ਜਗਤ ਜਾਂ ਜਗਤ ਰੂਪੀ ਬਨ ਜੰਗਲ, ਇਹ ਜਿਹੜਾ ਬਨ ਜੰਗਲ ਤੇ ਸਤਿਗੁਰਾਂ ਨੇ ਬ੍ਰਹਮ ਅਭਿਆਸ ਰੂਪੀ ਅਗਨੀ ਦੇ ਨਾਲ ਜਾਰਾ ਸਾੜ ਦਿੱਤਾ ਹੈ। ਸਾੜਨਾ ਕੀਓ ਕੀਤਾ ਹੈ। ਇਹ ਇਸ ਪ੍ਰਕਾਰ ਗੁਰੂ ਦੀ ਕਿਰਪਾ ਹੋਏ। ਰਹਾਉ ਹਸਾਈ ਦੇ ਕੇ ਕਹਿੰਦੇ ਹਨ, ਕਾਮ ਕ੍ਰੋਧ ਦੋਏ ਭਏ ਜਗਾਤੀ। ਇਹ ਕਾਮ ਤੇ ਕ੍ਰੋਧ ਦੋਨਾਂ ਨੂੰ ਜਿਹੜੇ ਜਾ ਪੈਦਾ ਹੋਣ ਤੋਂ ਗਾਤੀ ਨਾਸ ਕਰ ਦਿੱਤਾ ਹੈ, ਜਾਂ ਜਨਮ ਲੈਣ ਤੋਂ ਗਾਤੀ ਨਾਸ ਤੋਂ ਭਾਵ ਹੈ। ਕਾਮ ਕ੍ਰੋਧ ਦੋਏ ਜਿਹੜੇ ਸੀ ਉਹ ਜਨਮ ਲੈਣ ਤੋਂ ਗਾਤੀ ਨਾਸ ਹੀ ਕਰ ਦਿੱਤੇ ਗਏ। ਭਾਵ ਕੀ ਕਿਵੇਂ ਕੀਤੇ ਹੈ? ਕਾਮ ਨੂੰ ਵਸਤ ਵਿਚਾਰ ਦੇ ਨਾਲ ਨਾਸ ਕਰ ਦਿੱਤਾ ਹੈ, ਕ੍ਰੋਧ ਨੂੰ ਖਿਮਾ ਦੇ ਨਾਲ ਖਿਮਾ ਪ੍ਰਾਪਤ ਕਰਕੇ ਇਹਦਾ ਨਾਸ ਕਰ ਦਿੱਤਾ ਹੈ। ਇਹਨਾਂ ਦੀ ਐਸੀ ਜਿਹੜੀ ਜਾ ਜਨਮ ਲੈਂਦੇ ਸੀ ਗਾਤੀ ਨਾਸ ਕਰ ਦਿੱਤੇ ਹਨ। ਮਨ ਤਰੰਗ ਵਟਬਾਰਾ। ਮਨ ਦਾ ਜੋ ਤਰੰਗ ਫੁਰਨਾ ਸੀ ਉਹਨੂੰ ਵਟ ਰਸਤੇ ਦੇ ਵਿੱਚ ਹੀ ਵਾਰਾ ਵਰਜ ਦਿੱਤਾ ਹੈ, ਵਾਰਾ ਰੋਕ ਦਿੱਤਾ ਹੈ, ਮੇਟ ਦਿੱਤਾ ਹੈ ਉਸ ਨੂੰ ਰਸਤੇ ਵਿੱਚ ਹੀ। ਪੰਚ ਤਤ ਮਿਲ ਦਾਨ ਨਿਵੀਰ ਹੈ। ਜੋ ਤਤ ਸਾਰ ਰੂਪ ਪੰਚ ਨਾਮ ਇਸੇ ਚੇਤਨ ਦਾ ਸਮਝਣਾ ਬ੍ਰਹਮ ਹੈ, ਜੋ ਬ੍ਰਹਮ ਚੇਤਨ ਹੈ ਉਸ ਦੀ ਵਿਚਾਰ ਵਾਲੀ ਜਿਹੜੀ ਸਾਧ ਸੰਗਤ ਵਿੱਚ ਮਿਲ ਕੇ ਜੋ ਗਿਆਨ ਰੂਪੀ ਦਾਨ ਪ੍ਰਾਪਤ ਕੀਤਾ ਹੈ, ਉਸ ਕਰਕੇ ਫਿਰ ਹੁਣ ਜੰਮਣ ਤੇ ਮਰਨ ਦਾ ਨਵੇੜਾ ਹੋ ਗਿਆ ਹੈ।
ਨਹਿ ਉਹ ਜਨਮੇ ਨਹਿ ਉਹ ਮਰੇ ਅਵਸਥਾ ਮਿਲ ਗਈ। ਟਾਂਡਾ ਉਤਰਿਓ ਪਾਰਾ, ਤਿੰਨਾਂ ਦੇਹਾਂ ਰੂਪੀ ਟਾਂਡਾ ਅਸਥੂਲ ਸਰੀਰ ਹੈ, ਸੂਖਮ ਸਰੀਰ ਹੈ, ਕਾਰਨ ਸਰੀਰ ਹੈ। ਇਹ ਟਾਂਡਾ ਬੈਲਾਂ ਦੇ ਸਮੁਦਾਇ ਤੋਂ ਪਾਰ ਉਤਰ ਗਏ ਹਨ। ਕਹਿਤ ਕਬੀਰ ਸੁਨੋ ਰੇ ਸੰਤ ਹੋ। ਭਗਤ ਕਬੀਰ ਸਾਹਿਬ ਜੀ ਕਥਨ ਕਰਨੇ ਰਹੇ, ਹੇ ਸੰਤੋ ਸ਼ਾਂਤ ਆਤਮਾ ਸ੍ਰੇਸ਼ਟ ਜਨੋ, ਇਸ ਵਿਚਾਰ ਨੂੰ ਆਪ ਸੁਣਨਾ ਕਰੋ। ਅਬ ਐਸੀ ਬਨ ਆਈ, ਅਬ ਹੁਣ ਇਸ ਸਮੇਂ ਪਰਮੇਸ਼ਰ ਦੇ ਨਾਲ ਸਾਡੀ ਐਸੀ ਪ੍ਰੀਤੀ ਬਣ ਆਈ ਹੈ, ਅਜਿਹੀ ਬਣ ਆਈ ਹੈ। ਬਣ ਆਈ ਉਹਦਾ ਸਰੂਪ ਇਹ ਹੋ ਗਏ ਹਾਂ। ਘਾਟੀ ਚੜਤ ਬੈਲ ਇੱਕ ਥਾਕਾ, ਇਹ ਤੁਰਿਆ ਪਦ ਰੂਪੀ ਘਾਟੀ ਤੇ ਚੜ੍ਹਦਾ ਹੋਇਆ ਇੱਕ ਮਨ ਰੂਪੀ ਬੈਲ ਬਲਦ ਥਾਕਾ ਥੱਕ ਗਿਆ। ਇਸ ਕਰਕੇ ਹੁਣ ਦੇਹ ਵਿਮਾਨ ਰੂਪੀ ਜਿਹੜੀ ਗੋਨ ਅੱਗੇ ਦੱਸਦੇ ਨੇ, ਚਲੋ ਗੋਨ ਛਟਕਾਈ। ਇਸ ਕਰਕੇ ਦੇਹ ਵਿਮਾਨ ਰੂਪੀ ਗੋਨ ਬੋਰੀ ਜਿਹੜੀ ਲੱਦੀ ਹੋਈ ਸੀ ਨਾ, ਗੂਣ ਲੱਦੀ ਹੋਈ ਸੀ ਪਾਪਾਂ ਪੁੰਨਾਂ ਦੀ ਜਾਂ ਦੇਹ ਅਭਿਮਾਨ ਦੀ, ਤੇ ਉਹਨੂੰ ਛੱਡ ਕੇ ਆਪਣੀ ਤੁਰਿਆ ਅਤੀਤ ਰੂਪ ਬ੍ਰਹਮ ਦੀ ਪ੍ਰਾਪਤੀ ਦੇ ਮਾਰਗ ਚੱਲੇ ਹਾਂ ਅਸੀਂ। ਇਸ ਪ੍ਰਕਾਰ ਦੀ ਗਤੀ ਹੈ। ਗੌੜੀ ਪੰਜ ਪਦਾ, ਤੇ ਇਉਂ ਸਾਧ ਸੰਗ ਜੀ ਇਹ ਪਾਵਨ ਸ਼ਬਦ ਦੇ ਭਗਤ ਕਬੀਰ ਸਾਹਿਬ ਜੀ ਨੇ ਦ੍ਰਿਸ਼ਟਾਂਤ ਦਿੱਤਾ ਹੈ। ਉਹ ਦ੍ਰਿਸ਼ਟਾਂਤ ਦੇ ਵਿੱਚ ਕੀ ਹੈ, ਇੱਕ ਪਰਿਵਾਰ ਇਹੋ ਜਿਹਾ ਸੀ, ਅੱਜ ਵੀ ਹੈ, ਉਸ ਵੇਲੇ ਵੀ ਸੀ, ਅੱਗੇ ਨੂੰ ਵੀ ਤਾਂ ਹੁੰਦੇ ਰਹਿਣਗੇ। ਉਹ ਵਿਆਹ ਤਾਂ ਕੁੜੀਆਂ ਦਾ ਕਰ ਦਿੱਤਾ ਕਿ ਵਿਆਹ ਕਰਦੇ ਮਕਲਾਵੇ ਨਹੀਂ ਸੀ ਦਿੰਦੇ ਹੁੰਦੇ, ਵਿਆਹ ਛੋਟਿਆਂ ਦਾ ਕਰ ਦੇਣਾ। ਜਦੋਂ ਜਵਾਨ ਹੋ ਗਈ ਮਕਲਾਵੇ ਦਾ ਦਿਨ ਵੀ ਰੱਖਿਆ ਗਿਆ, ਉਹ ਮਕਲਾਵਾ ਲੈਣ ਲਈ ਆ ਗਏ, ਪਰ ਉਹ ਕੁੜੀ ਵਾਲੇ ਕਹਿੰਦੇ ਵੀ ਨਹੀਂ ਅਸੀਂ ਨਹੀਂ ਭੇਜਣੀ ਅਜੇ। ਝਗੜਾ ਪੈ ਗਿਆ ਉਹਨਾਂ ਦਾ। ਕਿਸੇ ਨੇ ਕਬੀਰ ਸਾਹਿਬ ਨੂੰ ਕਿਹਾ ਮਹਾਰਾਜ ਵੀ ਆਹ ਕੁਝ ਹੋ ਗਿਆ। ਉਹ ਸੰਬੰਧੀਆਂ ਦੇ ਪਾਸ ਭਗਤ ਜੀ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਉਹ ਕੋ ਕਰੋ, ਇਹ ਲੜਕੀ ਨੂੰ ਤੋਰਦੇ ਨਹੀਂ ਹੈ, ਸਾਡਾ ਕੀ ਕਸੂਰ ਹੈ, ਵਿਆਹ ਕੀਤਾ ਹੋਇਆ, ਮਕਲਾਵਾ ਤਾਂ ਹੀ ਲੈਣ ਆਇਆ, ਆਪ ਕਿਰਪਾ ਕਰੋ। ਭਗਤ ਕਬੀਰ ਸਾਹਿਬ ਨੇ ਆਪਣੇ ਸੇਵਕ ਨੂੰ ਭੇਜਿਆ ਤੇ ਕਹਿਣ ਲੱਗੇ ਜਾ ਵੀ ਉਹਨੂੰ ਲੜਕੀ ਨੂੰ ਲਿਆ ਸਦਕੇ, ਜਿਹਦਾ ਮਕਲਾਵਾ ਉਹਦੇ ਨਾਲ ਗੱਲ ਕਰੀਏ, ਸਿੱਖਿਆ ਦਈਏ ਉਹਨੂੰ। ਇਹਦੇ ਦੁਆਰਾ ਫਿਰ ਜੀਵ ਨੂੰ ਅੰਤਰੀ ਭਾਵ ਵਿੱਚ ਇਹਨੂੰ ਦ੍ਰਿਸ਼ਟਾਂਤ ਬਣਾ ਲਿਆ ਕਬੀਰ ਨੇ, ਲੜਕੀ ਨੂੰ ਜਿਹਦਾ ਮਕਲਾਵਾ ਸੀ। ਤੇ ਪ੍ਰਲੋਕ ਰੂਪੀ ਇਹ ਜਿਹੜਾ ਦ੍ਰਿਸ਼ਟਾਂਤ ਦੇ ਕੇ ਵੀ ਇਹ ਤਾਂ ਭਾਈ ਪ੍ਰਲੋਕ ਰੂਪੀ ਸਹੁਰੇ ਘਰ ਨੂੰ ਜਾਣਾ ਹੀ ਪੈਣਾ, ਮਾਤਰੋ ਕੀ ਪੇਕਾ ਕਰਤਾ ਛੱਡਣਾ ਹੀ ਪਊਗਾ। ਇਸ ਕਰਕੇ ਇਹ ਦੱਸ ਕੇ ਬੈਰਾਗਮਈ ਸ਼ਬਦ ਉਚਾਰਨ ਕੀਤਾ ਹੈ। ਉਸ ਵੇਲੇ ਦੱਸਦੇ ਹਨ ਪੀਵ ਕੜੈ ਦਿਨ 4 ਹੈ। ਕਹਿੰਦੇ ਕਿਉਂ ਲੋਕ ਇਸ ਤਰ੍ਹਾਂ ਕਰਦੇ ਆ, ਲੜਕੀਆਂ ਤਾਂ ਭਾਈ ਸਹੁਰੇ ਘਰ ਹੀ ਸ਼ੋਭਦੀਆਂ ਨੇ। ਇਸ ਪ੍ਰਕਾਰ ਲੜਕੀ ਨੂੰ ਵੀ ਉਪਦੇਸ਼ ਦਿੱਤਾ ਹੈ, ਪੇਕੇ ਘਰ ਵਿੱਚ ਰਹਿਣ ਤਾਂ 4 ਦਿਨਾਂ ਦੇ ਹੁੰਦਾ ਲੜਕੀਆਂ ਦਾ। ਅਖੀਰ ਨੂੰ ਸਾਰੀਆਂ ਨੇ ਸਹੁਰੜੈ ਜਾਣਾ, ਸਹੁਰੜੈ ਇਹ ਸਹੁਰੇ ਘਰ ਜਾਣਾ, ਇਹਨੂੰ ਸਹੁ ਤੇ ਰੜੈ ਲਹਿਦਾ ਨਾ ਬਣ ਜਵੇ, ਸਹੁਰੜੈ ਤੇ ਅੜਾਏ ਦੇ ਵਿੱਚ ਥੋੜੀ ਜਿਹੀ ਡੈਸ਼ ਪਾ ਕੇ ਤੇ ਪੇਵ ਕੜਾਏ ਨਾ ਬਣ ਜਵੇ, ਪੇਵ ਕੜਾਏ। ਤੇ ਇਸ ਤਰ੍ਹਾਂ ਜਿਹੜਾ ਹੈ ਨਾ ਪੇਵਕ ਪੇਕੇ ਦਾ, ਪੇਵ ਕੜਾਏ ਪੇਕੇ ਕਰ ਤੇ ਸਹੁਰੜੈ ਸਹੁਰੇ ਘਰ, ਸਭ ਨੇ ਜਾਣਾ ਪੇਕਾ ਘਰ ਤੇ ਆ ਕੇ। ਤੇ ਇਹ ਲੜਕੀ ਤੂੰ ਐਸਾ ਕਿਉਂ ਕਰਦੀ ਹੈ, ਸਾਰੀਆਂ ਜਾਂਦੀਆਂ ਸਹੁਰੇ, ਤੂੰ ਕਾਤੇ। ਪਰ ਇਹ ਜਿਹੜੀ ਅਗਿਆਨ ਦੇ ਵਿੱਚ ਅੰਧਾ ਲੋਕ ਨਾ ਜਾਣੇ, ਇਹ ਅੰਨੇ ਹੋ ਗਏ ਅਗਿਆਨੀ ਲੋਕ ਨੇ, ਜਿਹੜੇ ਕੁੜੀ ਨੂੰ ਹੁਣ ਭੇਜ ਨਹੀਂ ਰਹੇ, ਮੁਕਲਾਵਾ ਲੈਣ ਲਈ ਆ ਗਏ। ਤੇ ਇਸ ਕਰਕੇ ਇਹ ਜਾਣਦੇ ਨਹੀਂ ਇਸ ਗੱਲ ਨੂੰ, ਜਾਂ ਬੇਗਿਆਤ ਹੋ ਗਈ ਹੈ ਸਹੇਲੀਆਂ ਦੀ। ਜੇ ਲੜਕੀ ਸਹੁਰਾ ਘਰ ਭੁੱਲ ਗਿਆ ਇਸ ਨੂੰ, ਮੂਰਖ ਇਹ ਆਣਾ, ਇਹ ਆਣਾ ਬੇਗਿਆਤ ਬੇਸਮਝ ਹੋ ਗਈ ਲੜਕੀ। ਇਸ ਕਰਕੇ ਜਦੋਂ ਕਬੀਰ ਸਾਹਿਬ ਨੇ ਆਪਣੇ ਸੇਵਕ ਨੂੰ ਕਿਹਾ ਵੀ ਉਹਨੂੰ ਲੜਕੀ ਨੂੰ ਲਿਆ ਬੁਲਾ ਕੇ, ਉਹ ਕਹਿੰਦਾ ਜੀ ਕਿਹੜੀ ਲੜਕੀ ਹੈ। ਉਹ ਸਾਹਮਣੇ ਖੂਹੀ ਤੇ ਪਾਣੀ ਭਰਦੀ ਸੀ ਉਹ ਬੀਬੀ, ਹੋਰ ਵੀ ਸੀ ਬਹੁਤ ਸਾਰੀਆਂ ਕੁੜੀਆਂ। ਉਹ ਕਹਿੰਦਾ ਜੀ ਮੈਨੂੰ ਦੱਸੋ ਵੀ ਹੈ ਕਿਹੜੀ ਇਹਨਾਂ ਦੇ ਵਿੱਚ। ਭਗਤ ਜੀ ਨੇ ਉਸ ਵੇਲੇ ਕਿਹਾ ਕਹੋ ਡੜੀਆ ਬਾਧੈ ਧਨ ਖੜੀ। ਉਹ ਕਹਿੰਦੇ ਆਪਣੇ ਸੇਵਕ ਨੂੰ ਕਥਨ ਕਰਦੇ ਨੇ, ਉਹ ਜਿਹੜੀ ਧਨ ਇਸਤਰੀ ਤੇ ਡੜੀਆ ਪੁਸ਼ਾਕ ਸਾੜੀ ਬੰਨੀ ਹੋਈ ਹੈ, ਜਿਹਦੇ ਖੜੀ ਖਲੋਤੀ ਹੈ, ਜਿਹੜੀ ਇਸ ਵੇਲੇ ਉਹ ਸਾਹਮਣੇ ਧਨ ਇਸਤਰੀ ਖੜੀ ਖਲੋਤੀ ਹੈ, ਸਾੜੀ ਬੰਨੀ ਹੋਈ ਹੈ, ਤੇ ਉਹਨੂੰ ਭਾਈ ਲਿਆ ਬੁਲਾ ਕੇ। ਤੋ ਇਸ ਕਰਕੇ ਪਾਹੂ ਘਰ ਆਏ, ਤੇ ਕਹਿੰਦੇ ਉਸ ਨੂੰ ਦਸੀਏ ਉਹਦੇ ਘਰ ਪਾਹੂ ਪ੍ਰਾਹੁਣੇ ਆ ਗਏ ਨੂੰ ਲੈਣ ਵਾਸਤੇ। ਇਸ ਕਰਕੇ ਪ੍ਰਾਹੁਣੇ ਕਿਸ ਤਰ੍ਹਾਂ ਆਏ ਨੇ ਉਹ ਦੱਸਦੇ ਹਨ। ਮੁਕਲਾਊ ਆਏ, ਭਾਈ ਉਹ ਮੁਕਲਾਵਾ ਲੈਣ ਲਈ ਆਏ। ਇਸ ਕਰਕੇ ਇਹਨੂੰ ਕੁੜੀ ਨੂੰ
ਕਹੋ ਸਾਵਧਾਨ ਹੋ ਜਾਵੇ। ਤੇ ਉਹ ਸੇਵਕ ਫਿਰ ਵਾਪਸ ਆ ਗਿਆ, ਆ ਕੇ ਕਹਿਣ ਲੱਗਾ ਭਗਤ ਜੀ ਮੈਨੂੰ ਤਾਂ ਸਮਝ ਹੀ ਨਹੀਂ ਆਈ, ਉਹ ਕਈਆਂ ਦੇ ਸਾੜੀਆਂ ਬੰਨੀਆਂ ਹੋਈਆਂ ਵੀ ਉਹ ਕਿਹੜੀ ਹੈ ਜਿਹੜੀ ਜਿਹਨੂੰ ਉਪਦੇਸ਼ ਤੁਸੀਂ ਦੇ ਰਹੇ ਹੋ। ਉਂਗਲ ਨਿਰਦੇਸ਼ ਅਨੁਸਾਰ ਕਥਨ ਕਰਦੇ ਨੇ। ਕਹਿੰਦੇ ਲੈ ਸੁਣ ਲੈ ਫਿਰ ਹੁਣ ਤੈਨੂੰ ਹੋਰ ਨਿਸ਼ਾਨੀ ਦੱਸਦੇ ਹਾਂ। ਰਹਾਉ ਅਸਤਾਈ ਦੇ ਕੇ ਫਰਮਾਉਂਦੇ ਆ ਉਹ ਜੇ ਦਿਸੈ ਖੂਹੜੀ। ਕਹਿੰਦੇ ਆਹ ਦੇਖ ਉਂਗਲ ਕਰਕੇ ਆਹ ਜੋ ਜਿਹੜੀ ਖੂਹੜੀ ਖੂਹੀ ਦੇ ਉੱਪਰ ਖੜੀ ਦਿਸ ਰਹੀ ਹੈ। ਸੇਵਕ ਕਹਿਣ ਲੱਗਾ ਮਹਾਰਾਜ ਉੱਥੇ ਤਾਂ ਬਹੁਤ ਸਾਰੀਆਂ ਇਸਤਰੀਆਂ ਦਿਖ ਰਹੀਆਂ ਖੜੀਆਂ, ਕਿੰਨੀਆਂ ਤਾਂ ਕੁੜੀਆਂ ਖੜੀਆਂ ਨੇ ਪਾਣੀ ਭਰਨ ਆਈਆਂ ਹੋਈਆਂ, ਤੁਸੀਂ ਦੱਸੋ ਵੀ ਉਹ ਕਿਹੜੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ। ਕੌਣ ਲਾਜ ਵਿਹਾਰੀ। ਉਹ ਕੌਣ ਕਿਹੜੀ ਹੈ। ਤਾਂ ਕਬੀਰ ਸਾਹਿਬ ਜੀ ਕਹਿੰਦੇ ਲੈ ਤੈਨੂੰ ਦੱਸਦਾ, ਜਿਹੜੀ ਇਸ ਵੇਲੇ ਲੱਜ ਨੂੰ ਜੇ ਰੱਸੀ ਨੂੰ ਬਹਾਰੀ ਬਗਾ ਰਹੀ ਆ ਖੂਹੀ ਦੇ 'ਚ ਪਾਣੀ ਭਰਨ ਲਈ। ਤੇ ਇੰਨੇ ਚਿਰ ਨੂੰ ਸਾਧ ਸੰਜੋ ਉਸ ਲੜਕੀ ਨੂੰ ਸੱਦਾ ਆ ਗਿਆ ਵੀ ਘਰ ਚੱਲ ਛੇਤੀ, ਕਿਉਂਕਿ ਕਬੀਰ ਸਾਹਿਬ ਨੇ ਇੱਕ ਸੇਵਕ ਕੁੜੀ ਕਰਨੀ ਭੇਜਤਾ, ਇੱਕ ਉਧਰ ਭੇਜਤਾ, ਭਾਈ ਤੁਸੀਂ ਐਂ ਕਿਉਂ ਕਰਦੇ ਹੋ। ਉਹਨਾਂ ਕਿਹਾ ਵੀ ਹੁਣ ਅਪਜਸ ਹੋਊਗਾ, ਕਿਉਂਕਿ ਭਗਤ ਜੀ ਨੂੰ ਵੀ ਪਤਾ ਲੱਗ ਗਿਆ। ਉਹਨਾਂ ਨੇ ਸੁਨੇਹਾ ਦੇ ਦਿੱਤਾ ਵੀ ਆ ਜਾ ਹੁਣ ਤੂੰ, ਤੈਨੂੰ ਲੈਣ ਵਾਲੇ ਆ ਗਏ ਮੁਕਲਾਵੇ ਵਾਲੇ। ਉਹ ਜਦੋਂ ਸੁਣਿਆ ਉਸਨੇ ਇੱਕਦਮ ਸੁਣਸਾਰ ਉਹ ਭੈ ਭੀਤੀ ਜੀ ਹੋ ਕੇ ਅਚਾਨਕ ਸੁਨੇਹਾ ਮਿਲਿਆ ਜਦੋਂ ਲਾਜ ਘੜੀ ਸਿਓ ਟੂਟ ਪੜੀ। ਉਹਦੀ ਲੱਜ ਰੱਸੀ ਦੇ ਨਾਲ ਘੜੀ, ਤੇ ਇਹ ਜਿਹੜੀ ਉਹ ਘੜੀ ਬੰਨੀ ਹੋਈ ਸੀ ਮੱਗੀ ਪਾਣੀ ਕੱਢਣ ਵਾਸਤੇ, ਉਹ ਸਮੇਤ ਤੇ ਟੁੱਟ ਗਈ ਹੈ, ਮੱਗੀ ਟੁੱਟ ਗਈ। ਤੇ ਉਹ ਜਿਹੜੀ ਪਾਣੀ ਭਰਨ ਵਾਲੀ ਸੀ ਉੱਠ ਚੱਲੀ ਪਨਹਾਰੀ। ਪਾਣੀ ਭਰਨ ਵਾਲੀ ਇਸਤਰੀ ਖਾਲੀ ਹੱਥ ਹੀ, ਨਾ ਤਾਂ ਘੜਾ ਰਿਹਾ, ਲੱਜ ਵੀ ਹੇਠਾਂ ਡਿੱਗੀ, ਉਹ ਆਪਣੇ ਘਰ ਨੂੰ ਚੱਲੀ ਹੈ, ਨਾ ਲੱਜ ਰਹੀ ਨਾ ਮੱਗੀ ਰਹੀ। ਉਹ ਇੱਥੋਂ ਤੱਕ ਸਾਸ ਇਹ ਦ੍ਰਿਸ਼ਟਾਂਤ ਹੈ। ਚਲੋ ਉਹਦਾ ਲੜਕੀ ਦਾ ਮੁਕਲਾਵਾ ਹੋ ਗਿਆ, ਚਲੀ ਗਈ। ਪਰ ਕਬੀਰ ਸਾਹਿਬ ਜੀ ਕਹਿੰਦੇ ਨੇ ਹੁਣ ਤੁਸੀਂ ਭਾਈ ਪ੍ਰੇਮੀਓ ਜਿਹੜੇ ਮੇਰੇ ਕੋਲ ਬੈਠੇ ਹੋ, ਸਤਸੰਗ ਹੋ ਰਹੀ ਹੈ, ਕਹਿੰਦੇ ਇਹ ਬਾਹਰ ਦੀ ਗੱਲ ਨਹੀਂ ਅਸਾਂ ਕੀਤੀ ਹੈ, ਇਹਦੇ 'ਚ ਤੁਹਾਨੂੰ ਵੀ ਉਪਦੇਸ਼ ਦਿੰਦੇ ਆ, ਸੁਣਨਾ ਕਰੋ। ਪੇਵਕੜਾ ਕਰ ਕੌਣ ਹੈ ਤੇ ਸਹੁਰੜਾ ਕਰ ਕਿਹੜਾ ਹੈ, ਲੱਜ ਕਿਹੜੀ ਹੈ, ਘੜੀ ਕਿਹੜੀ ਹੈ, ਸਾਰਾ ਦੱਸਾਂਗੇ ਤੁਹਾਨੂੰ। ਪੇਵਕੜੈ ਦਿਨ ਚਾਰ ਹੈ। ਹੇ ਭਾਈ ਇਹ ਸੰਸਾਰ ਰੂਪੀ ਪੇਕੇ ਘਰ ਦੇ ਵਿੱਚ ਇਹ ਜੀਵ ਰੂਪ ਇਸਤਰੀ ਜਿਹੜੀ ਹੈ ਨਾ, ਉਹ ਐਵੇਂ ਚੰਦ ਰੋਜ਼ ਦੀ ਹੈ, 4 ਦਿਨਾਂ ਦੀ ਹੈ, ਥੋੜੇ ਦਿਨਾਂ ਦੇ ਵਿੱਚ ਹੈ, ਥੋੜੇ ਦਿਨੇ ਰਹਿਣਾ ਇਹਨਾਂ ਨੇ, 4 ਦਿਨਾਂ ਹੈ ਦਿਨ ਰਹਿਣਾ ਹੈ। ਸਾਹੋ ਰੜਾ ਜਾਣਾ। ਸਾਰਿਆਂ ਨੇ ਪਰਲੋਕ ਰੂਪੀ ਸਹੁਰੇ ਘਰ ਨੂੰ ਜਾਣਾ ਹੀ ਹੈ। ਇਸ ਕਰਕੇ ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ, ਨਾਨਕ ਤਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਜਾਣਾ ਪੈਣਾ ਸਾਰਿਆਂ ਨੂੰ। ਅੰਧਾ ਲੋਕ ਨਾ ਜਾਣਈ। ਅੰਧਾ ਅਗਿਆਨੀ ਲੋਕ ਜੀਵ ਇਸ ਵਿਚਾਰ ਨੂੰ ਜਾਣਦੇ ਨਹੀਂ ਹਨ। ਅੰਧਾ ਲੋਕ ਨਾ ਜਾਣੇ, ਇਸੇ ਕਰਕੇ ਸ਼ਾਸਤਰ ਗਿਆਨ ਵੱਲੋਂ ਮੂਰਖ ਹੋ ਰਹੇ ਨੇ, ਬੇਸਮਝ ਹੋ ਰਹੇ ਨੇ। ਪਰਮਾਰਥਕ ਵੱਲੋਂ ਇਹ ਇਆਣੇ ਅਣਜਾਣ ਹੋ ਰਹੇ ਹਨ। ਅੰਧਾ ਲੋਕ ਨਾ ਜਾਣਈ। ਅੰਧਾ ਅਗਿਆਨੀ ਨੂੰ ਕਹਿੰਦੇ ਹੈ। ਅਗਿਆਨੀ ਜੀਵ ਇਸ ਵਿਚਾਰ ਨੂੰ ਨਹੀਂ ਜਾਣਦਾ ਹੈ। ਮੂਰਖ ਇਹ ਆਣਾ। ਇਸੇ ਕਰਕੇ ਸ਼ਾਸਤਰ ਗਿਆਨ ਵੱਲੋਂ ਮੂਰਖ ਬੇਸਮਝ ਅਤੇ ਪਰਮਾਰਥ ਵੱਲੋਂ ਇਆਣਾ ਅਣਜਾਣ ਕਿਹਾ ਜਾਂਦਾ ਹੈ ਜੀਵ ਨੂੰ। ਕਹੋ ਡੜੀਆ ਬਾਧੈ ਧਨ ਖੜੀ। ਭਗਤ ਜੀ ਕਹੋ ਕਥਨ ਕਰਦੇ ਨੇ ਇਹ ਜੀਵ ਰੂਪੀ ਧਨ ਇਸਤਰੀ ਨੂੰ ਡੱਡੀਆ, ਤੇ ਡੜੀਏ ਦਾ ਇੱਥੇ ਦੰਡ ਦੇਣ ਵਾਲਾ ਕੌਣ ਹੈ? ਉਹ ਜਮਦੂਤ। ਉਹ ਬੰਨ ਕੇ ਖੜਨਗੇ, ਮਾਝੇ ਦੀ ਬੋਲੀ ਹੈ, ਲੈ ਜਾਣਗੇ ਇਸ ਜੀਵ ਨੂੰ। ਤੇ ਉਸ ਵੇਲੇ ਕਹਿ ਰਹੇ ਨੇ ਪਾਹੂ ਘਰ ਆਏ। ਤੇ ਉਹ ਪਾਹੂ ਘਰ ਆਏ ਤੇ ਕਹਿਣ ਲੱਗੇ ਜੀ ਕੌਣ ਲੈ ਕੇ ਜਾਣਗੇ? ਭਗਤ ਜੀ ਨੂੰ ਪੁੱਛਦੇ ਆ ਇਹ ਜੀਵ ਇਸਤਰੀ ਜਿਉਂਦੂ ਬੰਨ ਕੇ ਲੈ ਜਾਣਗੇ? ਕਹਿੰਦੇ ਹਾਂ ਲੈ ਕੇ ਜਾਣਗੇ। ਕਹਿੰਦੇ ਕੌਣ? ਉੱਤਰ ਦਿੱਤਾ ਜੀਵ ਰੂਪ ਤਨ ਇਸਤਰੀ ਨੂੰ ਤੇ ਪਾਪਾਂ ਜਿਹੜੇ ਸਕਾਮ ਕਰਮਾਂ ਰੂਪੀ ਇਹਨੇ ਜਿਹੜੀ ਡੱਡੀਆ ਸਾੜੀ ਪੋਸ਼ਾਕ ਬੰਨੀ ਹੋਈ ਹੈ। ਦੁਬਾਰੇ ਬੋਲੋ ਜੀ ਸਾਰਾ ਇਹ। ਕਹੋ ਡੜੀਆ ਵਾਧੈ ਧਨ ਖੜੀ, ਬਾਹੂ ਘਰ ਆਏ ਮੁਕਲਾਊ ਆਏ। ਜਿਹੜੇ ਜੀਵ ਰੂਪ ਤਨ ਇਸਤਰੀ ਪਾਪਾਂ ਸਕਾਮ ਕਰਮਾਂ ਰੂਪੀ ਡੱਡੀਆ ਸਾੜੀ ਪੋਸ਼ਾਕ ਵਾਧੇ ਬੰਨ ਰਹੀ ਹੈ, ਉਸ ਨੂੰ ਖੜੀ ਕਰਨਗੇ, ਖੜਨਗੇ, ਲਿਜਾਣਗੇ। ਇਸ ਦੇਹ ਰੂਪੀ ਘਰ ਤੇ ਘਰ ਦੇ ਵਿੱਚ ਜਮਦੂਤਾਂ ਰੂਪੀ ਪਾਹੂ ਪਾਉਣੇ ਆ ਗਏ ਨੇ।
ਤੇ ਉਹ ਫਿਰ ਮੁਕਲਾਊ ਆਏ, ਉਹ ਇਸ ਨੂੰ ਮੁਕਲਾਊ ਤਾਂ ਮੁਕਾ ਕੇ ਲੈ ਜਾਣਗੇ, ਇਹਨੂੰ ਇਹਦੇ ਸਵਾਸਾਂ ਨੂੰ ਖਤਮ ਹੋ ਕੇ ਫਿਰ ਇਹਨੂੰ ਲੈ ਕੇ ਜਾਣਗੇ, ਪਰਲੋਕ ਦੇ ਰਸਤੇ ਲੈ ਜਾਣਗੇ ਇਸ ਨੂੰ ਰਹਾਉ। ਤੇ ਇਹ ਅਸਥਾਈ ਦੇ ਕੇ ਸਾਧ ਜੀ ਕਹਿ ਰਹੇ ਹਨ, ਇਹ ਭਗਤ ਜੀ ਉਹ ਕਿਹੜੀ ਇਸਤਰੀ ਹੈ ਜਿਹਨੂੰ ਜਮਦੂਤ ਲੈ ਕੇ ਜਾਣ ਵਾਸਤੇ ਆਏ ਹੈ, ਇਹ ਦੱਸੋ। ਜਿਵੇਂ ਪ੍ਰਸ਼ਨ ਕਰਦਾ ਸੀ ਨਾ ਵੀ ਕਿਹੜੀ ਹੈ ਉਹ ਜਿਹੜੀ ਪਾਣੀ ਭਰਨ ਵਾਲੀ ਹੈ, ਕੀ ਇਹਨੂੰ ਕਹਿ ਰਹੇ ਨਿਸ਼ਾਨੀਆਂ ਦਸੀਆਂ ਸੀ, ਕਹਿੰਦੇ ਆਓ ਭਾਈ ਦੱਸਦੇ ਹਾਂ। ਉਹ ਜੇ ਦਿਸੈ ਖੂਹੜੀ, ਉਹ ਕਹਿੰਦੇ ਜਿਹੜੀ ਸੰਸਾਰ ਰੂਪੀ ਖੂਹੜੀ ਖੂਹੀ, ਸੰਸਾਰ ਰੂਪੀ ਖੂਹੀ ਦੇ ਉੱਤੇ ਖੜੀ, ਇਹ ਦਿਸੈ ਦਿਸ ਰਹੀ ਹੈ ਜੀਵ ਰੂਪ ਇਸਤਰੀ। ਕੌਣ ਲਾਜ ਵਿਹਾਰੀ, ਭਗਤ ਜੀ ਸੰਸਾਰ ਰੂਪੀ ਖੂਹੀ ਤੇ ਤਾਂ ਬਹੁਤ ਸਾਰੇ ਜੀਵ ਰੂਪ ਇਸਤਰੀਆਂ ਖੜੀਆਂ, ਕਿੰਨੇ ਜੀਵਨ ਕਿਹਦੀ ਗੱਲ ਕਰਦੇ ਹੋ? ਉੱਤਰ ਦਿੱਤਾ ਲਾਜ ਵਿਹਾਰੀ, ਜਿਹੜੀ ਆਪਣੀ ਉਮਰ ਰੂਪੀ ਲਾਜ ਰੱਸੀ ਨੂੰ ਬਹਾਰੀ ਵਿਹਾਰ ਰਹੀ ਹੈ, ਜਾਂ ਫਿਰ ਵਿਸ਼ਿਆਂ ਰੂਪੀ ਪਦਾਰਥਾਂ ਰੂਪੀ ਪਾਣੀ ਦੇ ਵਿੱਚ ਵਹਾਈ ਬਗਾ ਰਹੀ ਹੈ, ਮੈਂ ਉਹ ਜੀਵ ਰੂਪ ਇਸਤਰੀ ਨੂੰ ਕਹਿੰਦਾ ਹਾਂ। ਲਾਜ ਘੜੀ ਸੋ ਟੂਟ ਪੜੀ, ਜਿਸ ਦੀ ਦੇਹ ਰੂਪੀ ਘੜੀ ਮੱਗੀ ਕਲਸੀ, ਉਮਰ ਰੂਪੀ ਲੱਜ ਟੁੱਟ ਗਈ ਹੈ ਰੱਸੀ ਜਿਹਨੇ, ਇਹ ਟੂਟ ਪੜੀ, ਉਹ ਧਰਤੀ ਤੇ ਧੜਮ ਦੇ ਕੇ ਡਿੱਗ ਜਾਂਦੀ ਹੈ, ਲਾਸ਼ ਹੀ ਹੋ ਜਾਂਦੀ ਹੈ, ਮੁਰਦਾ ਹੋ ਗਿਆ ਜੀ। ਉਹ ਸਕਾਮ ਕਰਮਾਂ ਰੂਪੀ ਜਿਹੜਾ ਕਰਮ ਕਾਂਡਾਂ ਰੂਪੀ ਜਿਹੜਾ ਪਾਣੀ ਸੀ, ਉਹ ਪਾਪਾਂ ਪੁੰਨਾਂ ਰੂਪੀ ਪਨਿਹਾਰੀ ਪਾਣੀ ਨੂੰ ਭਰਨ ਵਾਲੀ, ਜਿਹਦੀ ਜਿੰਦ ਸੰਸਾਰ ਤੋਂ ਉੱਠ ਚੱਲੀ ਪਨਿਹਾਰੀ, ਸੰਸਾਰ ਰੂਪੀ ਪੇਕੇ ਘਰ ਤੋਂ ਉੱਠ ਕੇ ਪਰਲੋਕ ਰੂਪੀ ਸਹੁਰੇ ਘਰ ਨੂੰ ਚੱਲੀ ਹੈ। ਜਿਵੇਂ ਉਹ ਬੀਬੀ ਘੜਾ ਵੀ ਗਿਆ, ਉਹਦਾ ਲੱਜ ਵੀ ਗਈ, ਖਾਲੀ ਨਹੀਂ ਹੋ ਗਈ। ਜਦੋਂ ਘਰ ਆਈ ਤੇ ਘਰ ਤੋਂ ਗਈ ਸੀ, ਉਸ ਵੇਲੇ ਲੱਜ ਵੀ ਕੋਲ ਸੀ, ਘੜੀ ਵੀ ਕੋਲ ਸੀ। ਜਦੋਂ ਅਸੀਂ ਸੰਸਾਰ ਵਿੱਚ ਆਏ ਹਾਂ, ਦੇਹ ਰੂਪੀ ਘੜੀ ਵੀ ਕੋਲ ਸੀ ਸਾਡੇ, ਉਮਰ ਰੂਪੀ ਲੱਜ ਵੀ ਸੀ, ਨਾ ਉਮਰ ਰੂਪੀ ਲੱਜ ਰਹੀ ਨਾ ਦੇਹ ਰੂਪੀ ਘੜੀ ਰਹੀ। ਜਦੋਂ ਪਰਲੋਕ ਰੂਪੀ ਘਰ ਨੂੰ ਜਾਵਾਂਗੇ, ਸਾਹਿਬ ਹੋਏ ਦਇਆਲ ਕਿਰਪਾ ਕਰੇ। ਹੇ ਭਗਤ ਜੀ ਫਿਰ ਦੱਸੋ ਜੀ, ਪਰਲੋਕ ਦੇ ਵਿੱਚ ਜਾ ਕੇ ਜੀਵ ਰੂਪ ਇਸਤਰੀ ਚੰਗੀ ਕਿਹੜੀ ਮੰਨੀ ਜਾਏਗੀ? ਤੇ ਕਬੀਰ ਸਾਹਿਬ ਜੀ ਕਹਿੰਦੇ ਸਾਹਿਬ ਹੋਏ ਦਇਆਲ ਕਿਰਪਾ ਕਰੇ। ਜੇ ਸਾਹਿਬ ਮਾਲਕ ਦਿਆਲੂ ਕਿਰਪਾਲੂ ਹੋ ਜਵੇ ਤੇ ਜਾਂ ਫਿਰ ਸਤਿਗੁਰੂ ਜੀ ਉਹਦੇ ਜੀਵ ਦੇ ਉੱਤੇ ਕਿਰਪਾ ਕਰਨ, ਸਾਹਿਬ ਮਾਲਕ ਪਰਮੇਸ਼ਰ ਦਿਆਲੂ ਹੋ ਜਾਵੇ ਅਤੇ ਸਤਿਗੁਰੂ ਉਹਦੇ ਤੇ ਦਇਆ ਦਾ ਘਰ ਜਿਹੜੇ ਉਹ ਕਿਰਪਾ ਦ੍ਰਿਸ਼ਟੀ ਕਰੇ ਕਰ ਦੇਣ। ਆਪਣਾ ਕਾਰਜ ਸਵਾਰੇ, ਫਿਰ ਇਹ ਜੀਵ ਆਪਣਾ ਮੁਕਤੀ ਦਾ ਕਾਰਜ ਜਿਹੜਾ ਵਿਗੜਿਆ ਹੋਇਆ ਹੈ, ਲੋਕ ਪਰਲੋਕ ਦੇ ਧੱਕੇ ਖਾਂਦਾ ਫਿਰਦਾ ਹੈ, ਜੂਨਾਂ 'ਚ ਫਿਰਦਾ ਹੈ, ਇਹ ਆਪਣਾ ਕੰਮ ਸਵਾਰ ਲੈਂਦਾ ਹੈ, ਮੁਕਤੀ ਰੂਪੀ ਕੰਮ ਸਵਾਰ ਸਕਦਾ ਹੈ, ਉਹ ਫਿਰ ਮੁਕਤ ਹੋਣ ਰੂਪੀ ਤੇ ਇਹ ਕੰਮ ਉਹਦਾ ਸੌਰਦਾ ਹੈ। ਤਾਂ ਸੁਹਾਗਣ ਜਾਈਐ, ਹੇ ਭਾਈ ਜੇਕਰ ਗੁਰੂ ਦੇ ਸ਼ਬਦ ਉਪਦੇਸ਼ ਨੂੰ ਹਿਰਦੇ ਵਿੱਚ ਵਿਚਾਰੇ, ਵਿਚਾਰ ਨਾ ਕਰੇ, ਧਾਰਨ ਕਰੇ, ਤੇ ਤਾਂ ਹੀ ਇਹ ਜੀਵ ਰੂਪ ਇਸਤਰੀ ਜਿਹੜੀ ਹੈ, ਸਾਰਾ ਬੋਲ ਦੂ ਜੇ, ਤਾਂ ਸੁਹਾਗਣ ਜਾੜੀਐ ਗੁਰ ਸ਼ਬਦ ਵਿਚਾਰੇ। ਹੇ ਭਾਈ ਜੇਕਰ ਗੁਰ ਸ਼ਬਦ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਿਚਾਰ ਨਾ ਕਰੇ, ਧਾਰਨ ਕਰੇ, ਤਾਂ ਜੀਵ ਰੂਪ ਇਸਤਰੀ ਸੁਹਾਗਣ ਸੁਹਾਗਵੰਤੀ, ਪਤੀ ਪਰਮੇਸ਼ਰ ਅਕਾਲ ਮੂਰਤ ਬਰ ਪਾਇਆ, ਵਿਨਾਸੀ ਨਾ ਕਦੇ ਮਰੇ ਨਾ ਜਾਇਆ। ਇਹ ਫਿਰ ਪਰਮੇਸ਼ਰ ਦੇ ਆਨੰਦ ਵਾਲੀ ਜਾਣੀਏ, ਅਭੇਦਤਾ ਰੂਪੀ ਆਨੰਦ ਪ੍ਰਾਪਤ ਹੁੰਦਾ ਹੈ, ਇਸ ਨੂੰ ਇੱਕਮਿਕ ਹੋ ਜਾਂਦੀ ਹੈ ਜੀਵ ਰੂਪ ਇਸਤਰੀ। ਕਿਰਤ ਕੀ ਬਾਂਧੀ ਸਭ ਫਿਰੈ, ਕਿਰਤ ਕਰਮਾਂ ਦੀ ਬੰਨੀ ਹੋਈ ਸਾਰੀ ਸ੍ਰਿਸ਼ਟੀ ਚੰਗੇ ਮੰਦੇ ਕਰਮਾਂ ਦੇ ਇਹਦੀ ਕੈਦਣ ਹੋ ਕੀਤੀ ਹੋਈ ਹੈ, ਜਿਵੇਂ ਕੈਦੀ ਨੂੰ ਹੱਥਕੜੀ ਲਾ ਕੇ ਫੇਰੀ ਐਂ ਫਿਰਦੀ ਹੈ, ਇਸ ਕਰਕੇ ਜੂਨਾਂ 'ਚ ਫਿਰ ਰਹੀ ਹੈ। ਦੇਖੋ ਵਿਚਾਰੀ, ਇਸ ਗੱਲ ਨੂੰ ਤੁਸੀਂ ਵੇਦਾਂ ਸ਼ਾਸਤਰਾਂ ਦੁਆਰਾ ਵਿਚਾਰੀ ਵਿਚਾਰ ਕੇ ਵੇਖ ਲੈਣਾ ਕਰੋ। ਇਸ ਨੂੰ ਕਿਆ ਆਖੀਐ, ਕਹਿੰਦੇ ਭਾਈ ਇਸ ਨੂੰ ਕੀ ਆਖਣਾ ਕਰੀਏ, ਇਹ ਅਗਿਆਨੀ ਜੀਵ ਨੂੰ ਕੀ ਆਖੀਏ, ਕੀ ਕਹਿਣਾ ਕਰੀਏ। ਇਹ ਜਿਹੜਾ ਜੀਵ ਰੂਪੀ ਇਸਤਰੀ ਇਹ ਐਸੀ ਹੈ, ਕਿਆ ਕਰੇ ਵਿਚਾਰੀ। ਇਹ ਜੀਵ ਰੂਪੀ ਇਸਤਰੀ ਵਿਚਾਰੀ ਕਿਆ ਕਰੇ, ਕਿਆ ਕਰ ਸਕਦੀ ਹੈ, ਕਿਉਂਕਿ ਅਲਪਗ ਪਣੇ ਕਰਕੇ ਕਰਮਾਂ ਵਿੱਚ ਬੰਨੀ ਹੋਈ ਹੈ। ਭਈ ਨਿਰਾਸੀ ਉੱਠ ਚੱਲੀ, ਇਹ ਸੰਸਾਰ ਵੱਲੋਂ ਨਿਰਾਸੀ ਨਿਰਾਸ਼ ਹੋ ਕੇ ਜਿੰਦ ਉੱਠ ਕੇ ਚੱਲ ਪੈਂਦੀ ਹੈ। ਜਦੋਂ ਪ੍ਰਾਣ ਤਿਆਗ ਜਾਂਦੇ ਨਾ, ਕੁਝ ਸਮਾਂ ਪਹਿਲਾਂ ਬੇਹੋਸ਼ ਰਹਿੰਦਾ, ਉਹਨਾਂ ਚਿਰ ਜਮਦੂਤ ਕੁਝ ਨਹੀਂ ਕਰ ਸਕਦੇ, ਬੇਹੋਸ਼ ਪਿਆ। ਜਦੋਂ ਹੋਸ਼ ਵਿੱਚ ਆਉਂਦਾ ਹੈ,
ਪੁੰਨੀ ਪੁਰਖ ਵੀ 4 ਘੜੀਆਂ ਬੇਹੋਸ਼ ਹੋ ਜਾਂਦੇ ਨੇ। ਉਹ ਫਿਰ ਜਦੋਂ ਬੇਹੋਸ਼ ਹੋਇਆ ਹੈ, ਉਹਨੂੰ ਜਦੋਂ ਹੋਸ਼ ਆਉਂਦੀ ਹੈ, ਉਹਨੂੰ ਫਿਰ ਪਕੜ ਲੈਂਦੇ ਆ, ਫੜ ਕੇ ਉਹਨੂੰ ਜੀਵਾ ਜਿੰਦਰਮਾਨੀ ਕੱਢਿਆ, ਹੱਡਾਂ ਕੂਕੜਕਾਏ ਉਹਦੇ 'ਚ ਕੱਢਿਆ, ਬੇਹੋਸ਼ ਇਹਨੂੰ ਦੇਖੀ ਜਾਂਦੇ। ਜਦੋਂ ਫਿਰ ਉੱਠਦਾ ਉਹਨੂੰ ਫੜ ਲੈਂਦੇ ਨੇ। ਉਹ ਫਿਰ ਨਾ ਕਦੇ ਤਾਂ ਆਪਣੀ ਪਈ ਹੋਈ ਦੇਹ ਕੰਨੀ ਨੂੰ ਦੇਖਦਾ, ਕਹਿੰਦਾ ਓਹੋ ਇਹ ਦੇਹ ਦੇ ਵਿੱਚ ਮੈਂ ਰਿਹਾ ਹੁਣ ਸਹੀ, ਕਰਿਆ ਕੁਛ ਨਾ, ਮੈਂ ਹੁਣ ਜਿੱਥੇ ਜਾ ਰਿਹਾ ਉੱਥੇ ਤਾਂ ਦੇਹ ਵੀ ਨਹੀਂ ਜਾ ਰਹੀ। ਫਿਰ ਸੰਬੰਧੀਆਂ ਕਿ ਨਹੀਂ ਕਹਿੰਦਾ ਕਾਹਨੂੰ ਰੋਈ ਜਾਂਦੇ ਹੋ, ਤੁਹਾਡੇ ਕਰਕੇ ਵੀ ਬਰਬਾਦੀ ਹੋਈ ਹੈ ਮੇਰੀ ਤਾਂ। ਉਹ ਨਫ਼ਰਤ ਕਰਦਾ ਸਮਾਂ, ਕਹਿੰਦਾ ਤੁਹਾਡੇ ਕਰਕੇ ਮੈਂ ਸਵਾਸ ਗਵਾਏ, ਤੁਹਾਡੇ ਕਰਕੇ ਜ਼ਿੰਦਗੀ ਗਵਾ ਲਈ, ਤੁਹਾਨੂੰ ਖਿਲਾਉਣ ਪਿਲਾਉਣ ਨੂੰ। ਤੁਸੀਂ ਆਹ ਦੇਹ ਵੀ ਮੇਰਾ ਇਹਦਾ ਸਾਥ ਨਾ ਦਿੱਤਾ, ਚੱਕ ਕੇ ਇਹਨੂੰ ਫੂਕ ਲਓਗੇ, 4 ਦਿਨ ਰੋਂਦੋਗੇ। ਮੇਰੀ ਜਿਹੜੀ ਹੈ ਉਹ ਤਾਂ ਮੈਂ ਹੀ ਜਾਣਦਾ ਹੁਣ ਜਿਹੜੀ ਹੈ। ਉਹ ਘਰਦਿਆਂ ਵੱਲੋਂ ਵੀ ਨਿਰਾਸ਼ ਹੁੰਦਾ ਹੈ, ਸੰਸਾਰ ਵੱਲੋਂ ਵੀ ਕਹਿੰਦਾ ਉਹ ਵਿਸ਼ੇ ਵਿਕਾਰਾਂ ਵਿੱਚ ਵੀ ਐਵੇਂ ਮੈਂ ਫਸਿਆ ਰਿਹਾ, ਹੁਣ ਪਰਲੋਕ ਨੂੰ ਜਾਣਾ। ਦੇਖੋ ਹੁਣ ਧਰਮਰਾਜ ਕੀ ਕਰੂ। ਮੁਜਰਮ ਜਦੋਂ ਪਕੜਿਆ ਜਾਂਦਾ ਨਾ, ਉਹਦਾ ਦਿਲ ਪੁੱਛਿਆ ਜਾਣੀ ਹੈ ਵੀ ਹੁਣ ਥਾਣੇ ਤੇ ਆ ਕੇ ਪਤਾ ਨਹੀਂ ਕੀ ਕੀ ਕਰਨਗੇ, ਜੱਜ ਸਜ਼ਾ ਕੀ ਦਊਗਾ। ਇਹ ਹਾਲਤ ਜਿੰਦ ਦੀ ਹੁੰਦੀ ਹੈ ਸਾਡੇ ਦੀ। ਕਬੀਰ ਸਾਹਿਬ ਕਹਿੰਦੇ ਭਾਈ ਹੁਣੇ ਨਿਰਾਸ਼ ਹੋ ਕੇ ਨਾ ਉੱਠ ਕੇ ਜਾਣਾ ਪਵੇ, ਖੁਸ਼ੀ ਖੁਸ਼ੀ ਸੰਸਾਰ ਤੋਂ ਚੱਲੀਏ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਇਹਦੇ ਵਾਸਤੇ ਆ ਕਥਾ, ਇਹਦੇ ਵਾਸਤੇ ਆ ਕੀਰਤਨ, ਇਹਦੇ ਵਾਸਤੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ। ਨਹੀਂ ਤਾਂ ਭਈ ਨਿਰਾਸ਼ੀ ਉੱਠ ਚੱਲੀ, ਉਹ ਉਸ ਵੇਲੇ ਨਿਰਾਸ਼ੀ ਹੋ ਕੇ ਜਿੰਦ ਤੁਰ ਪੈਂਦੀ ਆ ਪਰਲੋਕ ਨੂੰ। ਚਿਤ ਬੰਧਨਾ ਧੀਰਾ, ਉਹ ਚਿੱਤ ਫਿਰ ਧੀਰਜ ਦੇ ਵਿੱਚ ਨਹੀਂ ਬੰਨਦਾ, ਮਤਲਬ ਧੀਰਜ ਟੁੱਟ ਜਾਂਦੀ ਹੈ। ਚਿੱਤ ਮਨ ਜਿਹੜਾ ਧੀਰਜਤਾ ਵਿੱਚ ਉਹ ਨਹੀਂ ਫਿਰ ਵੱਜਦਾ ਹੈ, ਉੱਥੇ ਤਾਂ ਫਿਰ ਰੋਂਦਾ ਹੈ। ਜਮਦੂਤ ਸਮਾਂ ਫਿਰ ਬਾਲਾ ਮਾਰਦੇ, ਕਹਿੰਦੇ ਹੁਣ ਸੁਣਿਆ ਕਿਆ ਰਵਾਇਆ, ਮਨ ਅੰਧਾ ਜਨਮ ਗਵਾਇਆ, ਜਨਮ ਗਵਾ ਕੇ ਆਇਆ ਕਿ ਹੁਣ ਰੋਣਾ ਤੂੰ। ਇੱਥੇ ਤੇਰੀ ਮਾਂ ਨਹੀਂ ਬੈਠੀ, ਤੇਰਾ ਪਿਓ ਨਹੀਂ ਬੈਠਾ ਜਿਹੜਾ ਤੇਰਾ ਰੋਣਾ ਸੁਣੂਗਾ, ਕਿਉਂ ਨਹੀਂ ਨਾਮ ਜਪਿਆ ਤੈਂ। ਇਹ ਹਾਲਤ ਹੁੰਦੀ ਹੈ। ਫਿਰ ਹਰ ਕੀ ਚਰਣੀ ਲਾਗ ਰਹੋ, ਕਹਿੰਦੇ ਜੀ ਕਬੀਰ ਸਾਹਿਬ ਅਸੀਂ ਤਾਂ ਡਰ ਗਏ ਇਹ ਗੱਲ ਸੁਣ ਕੇ, ਸਾਨੂੰ ਕੋਈ ਇੰਤਜ਼ਾਮ ਕਰੋ, ਸਾਡਾ ਦੱਸੋ ਕੀ ਕਰੀਏ। ਭਗਤ ਜੀ ਕਹਿੰਦੇ ਭਾਈ ਇੱਕੋ ਹੀ ਕੰਮ ਹੈ ਜਿਹੜਾ ਮੈਂ ਕੀਤਾ ਸਾਰੀ ਜ਼ਿੰਦਗੀ। ਜੇ ਤੁਸੀਂ ਮੁਕਤ ਹੋਣਾ ਹੈ ਤਾਂ ਸਦਾ ਹੀ ਉਹ ਹਰੀ ਪਰਮੇਸ਼ਰ ਵਾਹਿਗੁਰੂ ਦੀ ਉਹਦੇ ਚਰਨਾਂ ਕਮਲਾਂ ਨੂੰ ਲਾਗ ਰਹੋ, ਚਰਨਾਂ ਦੀ ਓਟ ਵਿਚਾ ਦੋ, ਉਹਦੇ ਚਰਨੀ ਲੱਗ ਰਹੋ। ਭਜ ਸਰਣ ਕਬੀਰ, ਉਹ ਚਰਨਾਂ ਦੀ ਓਟ ਲੈ ਲਓ ਤੇ ਉਹਦਾ ਭਜਨ ਕਰੋ, ਸਿਮਰਨ ਕਰੋ, ਫੇਰ ਤੁਹਾਡਾ ਛੁਟਕਾਰਾ ਹੋਏਗਾ। ਅੱਜ ਨਿਯਤ ਸਮੇਂ ਤੋਂ ਪਹਿਲਾਂ ਹੀ ਸਾਧ ਸੰਗਤ ਜੀ ਕੁਝ ਕਥਾ ਸਮਾਪਤ ਕੀਤੀ ਜਾਂਦੀ ਹੈ, ਕਿਉਂਕਿ ਜੋਤੀ ਸਰੂਪ ਸਾਹਿਬਜ਼ਾਦਿਆਂ ਦੇ ਪਾਵਨ ਸਥਾਨ ਤੇ ਕਥਾ ਦਾ ਵਿਚਾਰ ਜਿਹੜਾ ਸੰਗਤਾਂ ਨੇ ਸਾਧ ਸੰਗਤ ਜੀ ਆ 1 ਦਿਨ ਦਾ ਰੱਖਿਆ ਹੋਇਆ ਹੈ, ਕਿਉਂਕਿ ਸੰਗਰਾਂਦ ਦਾ ਦਿਹਾੜਾ, ਸੰਗਰਾਂਦ ਦੀ ਉੱਥੇ ਕਥਾ ਹੋਣੀ ਹੈ। ਤੇ ਇਸ ਕਰਕੇ ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ। ਤੇ ਭਾਈ ਸਮੇਂ ਸਿਰ ਆਪ ਜੀ ਨੇ ਹੁਣ ਪੋਥੀਆਂ ਸੰਤੋਖ ਕੇ ਅਰਦਾਸ ਹੁਕਮਨਾਮੇ ਤੋਂ ਬਾਅਦ ਥੋੜਾ ਜਿਹਾ ਹਿੰਮਤ ਹੈ ਵੀ ਲੇਟ ਵੀ ਨਹੀਂ ਹੋਣਾ, ਸਮੇਂ ਸਿਰ ਪਹੁੰਚ ਕੇ ਲਾਹਾ ਪ੍ਰਾਪਤ ਕਰੀਏ। ਉੱਥੇ ਮਹੀਨੇ ਦੀ ਕਥਾ ਦੀ ਵਿਚਾਰ ਉੱਥੇ ਹੋਏਗੀ। ਆਓ ਹੁਣ ਇੱਥੇ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ। ਹੋਈ ਨਿਰਾਸੀ ਉੱਠ ਚਲੇ, ਚਿਤ ਬੰਧਨਾ ਧੀਰਾ, ਹਰ ਕੀ ਚਰਣੀ ਲਾਗ ਰਹੋ, ਭਜ ਸਰਣ ਕਬੀਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।